ਹੈਲੋ एवरीवन ਸਤਿ ਸ਼੍ਰੀ ਅਕਾਲ। ਅੱਜ ਆਪਾਂ ਪੀਐਸ ਟੈਟ ਫਸਟ ਪੇਪਰ ਤੇ ਸੈਕੰਡ ਪੇਪਰ ਲਈ ਬਹੁਤ ਹੀ ਇੰਪੋਰਟੈਂਟ ਟੌਪਿਕ ਕਰਨ ਜਾ ਰਹੇ ਹਾਂ ਜੀ। ਉਸ ਦੀ ਥਿਊਰੀ ਵੀ ਕਰਾਂਗੇ ਆਪਾਂ ਅਤੇ ਉਸ ਦੇ ਐਮਸੀਕਿਊਜ਼ ਵੀ ਕਰਾਂਗੇ। ਤਾਂ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ, ਟੌਪਿਕ ਦਾ ਨਾਮ ਹੈ ਜੀ ਆਪਣਾ ਉਪਚਾਰਿਕ ਸਿੱਖਿਆ। ਉਪਚਾਰਿਕ ਸਿੱਖਿਆ ਕੀ ਹੁੰਦੀ ਹੈ? ਇਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਕੀਤਾ ਸੀ ਤਖਸ਼ੀਸ਼ੀ ਸਿੱਖਿਆ। ਤਖਸ਼ੀਸ਼ੀ ਸਿੱਖਿਆ ਦੇ ਬਾਰੇ ਮੈਂ ਚਾਨਣਾ ਪਾ ਦੇਵਾਂ ਦੁਬਾਰਾ। ਜਿਵੇਂ ਕਿ ਅਧਿਆਪਕ ਬੱਚਿਆਂ ਦੀਆਂ ਭਾਸ਼ਾ ਸੰਬੰਧੀ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਤਰੁੱਟੀਆਂ ਹੁੰਦੀਆਂ, ਗਲਤੀਆਂ, ਸਮੱਸਿਆਵਾਂ ਅਤੇ ਇਹਨਾਂ ਦੀ ਪਹਿਚਾਣ ਕਰਦਾ ਹੈ ਕਿ ਬੱਚਿਆਂ ਦੀਆਂ ਗਲਤੀਆਂ ਕੀ ਹਨ। ਠੀਕ ਹੈ, ਉਹ ਪਹਿਚਾਣ ਕਰਨ ਦੀ ਜਿਹੜੀ ਸਿੱਖਿਆ ਹੁੰਦਾ ਹੈ ਉਸ ਨੂੰ ਕਹਿੰਦੇ ਹੈ ਜੀ ਤਖਸ਼ੀਸ਼ੀ ਸਿੱਖਿਆ। ਪਰ ਉਸ ਤੋਂ ਬਾਅਦ ਜਦੋਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਜਾਂ ਤਰੁੱਟੀਆਂ ਜਾਂ ਅਸ਼ੁੱਧੀਆਂ ਜਾਂ ਗਲਤੀਆਂ ਦੀ ਪਹਿਚਾਣ ਹੋ ਜਾਂਦੀ ਹੈ ਤਾਂ ਉਹਨਾਂ ਦੀ ਗਲਤੀਆਂ ਨੂੰ ਸੁਧਾਰਿਆ ਕਿਵੇਂ ਜਾਂਦਾ ਹੈ, ਕਿਹੜੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ, ਤਾਂ ਉਹ ਵਿਧੀਆਂ ਦੀ ਸਿੱਖਿਆ ਨੂੰ ਕੀ ਕਹਿੰਦੇ ਆ ਜੀ? ਉਪਚਾਰਿਕ ਸਿੱਖਿਆ। ਤਾਂ ਆਓ ਆਪਾਂ ਪੜ੍ਹਦੇ ਹਾਂ ਜੀ ਥਿਊਰੀ। ਬੱਚਿਆਂ ਦੀ ਸਿੱਖਿਆ ਨਾਲ ਸੰਬੰਧਿਤ ਸਾਰੀਆਂ ਗਲਤੀਆਂ ਜਾਂ ਅਸ਼ੁੱਧੀਆਂ ਜਾਂ ਤਰੁੱਟੀਆਂ ਜਾਂ ਸਮੱਸਿਆਵਾਂ ਦੇ ਹੱਲ ਲਈ ਅਧਿਆਪਕ ਰਾਹੀਂ ਜੋ ਉਚਿਤ ਅਤੇ ਪ੍ਰਭਾਵਸ਼ਾਲੀ ਵਿਧੀਆਂ ਦੇ ਨਿਰਮਾਣ ਅਤੇ ਪ੍ਰਯੋਗ ਕੀਤਾ ਜਾਂਦਾ ਹੈ ਉਹਨਾਂ ਨੂੰ ਹੀ ਉਪਚਾਰਿਕ ਸਿੱਖਿਆ ਕਹਿੰਦੇ ਹਨ ਜੀ। ਬਿਲਕੁਲ ਤੁਹਾਨੂੰ ਸਮਝ ਆ ਗਈ ਹੋਏਗੀ। ਤਾਂ ਬਿਲਕੁਲ ਆਪਾਂ ਫਿਰ ਅੱਗੇ ਪੜ੍ਹਾਂਗੇ। ਤਖਸ਼ੀਸ਼ੀ ਸਿੱਖਿਆ ਵਿੱਚ ਅਧਿਆਪਕ ਰਾਹੀਂ ਬੱਚਿਆਂ ਦੀਆਂ ਤਰ੍ਹਾਂ ਦੀਆਂ ਤਰੁੱਟੀਆਂ ਦੀ ਪਹਿਚਾਣ ਕੀਤੀ ਜਾਂਦੀ ਹੈ। ਉਹੀ ਜੋ ਗੱਲ ਮੈਂ ਬੋਲ ਕੇ ਦੱਸੀ ਹੈ ਕਿ ਬੱਚਿਆਂ ਦੀਆਂ ਜਿਹੜੀਆਂ ਤਰੁੱਟੀਆਂ ਹੁੰਦੀਆਂ ਹਨ, ਗਲਤੀਆਂ ਹੁੰਦੀਆਂ ਹਨ, ਉਹਨਾਂ ਦੀ ਪਹਿਚਾਣ ਕੀਤੀ ਜਾਂਦੀ ਹੈ ਤਖਸ਼ੀਸ਼ੀ ਸਿੱਖਿਆ ਦੇ ਵਿੱਚ। ਅੱਗੇ ਪੜ੍ਹਦੇ ਹਾਂ। ਪਰ ਉਪਚਾਰਿਕ ਸਿੱਖਿਆ ਵਿੱਚ ਇਹਨਾਂ ਤਰੁੱਟੀਆਂ ਦਾ ਹੱਲ ਕਰਨ ਲਈ ਵਿਧੀਆਂ ਨੂੰ ਪ੍ਰਯੋਗ ਵਿੱਚ ਲਿਆਂਦਾ ਹੈ ਕਿ ਕਿਹੜੀਆਂ-ਕਿਹੜੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ, ਕਿਹੜੀਆਂ-ਕਿਹੜੀਆਂ ਗਲਤੀਆਂ ਹਨ, ਉਹਨਾਂ ਦੇ ਅਕੋਰਡਿੰਗ ਕਿਹੜੀ ਵਿਧੀ ਅਪਣਾਈ ਜਾਵੇ। ਇਹ ਹੱਲ ਜਾਂ ਉਪਚਾਰ ਨੂੰ ਹੀ ਉਪਚਾਰਿਕ ਸਿੱਖਿਆ ਕਹਿੰਦੇ ਹਨ ਜੀ। ਠੀਕ ਹੈ, ਇਸ ਦੁਆਰਾ ਇਹ ਯਤਨ ਕੀਤੇ ਜਾਂਦੇ ਹਨ ਕਿ ਬੱਚਿਆਂ ਨੇ ਜੋ ਗਲਤੀਆਂ ਜਾਂ ਤਰੁੱਟੀਆਂ ਕੀਤੀਆਂ ਹਨ ਉਹ ਭਵਿੱਖ ਵਿੱਚ ਦੁਬਾਰਾ ਨਾ ਕਰਨ। ਠੀਕ ਹੈ, ਜੋ ਬੱਚਿਆਂ ਨੇ ਬੋਲਣ ਸੰਬੰਧੀ, ਲਿਖਣ ਸੰਬੰਧੀ, ਸੁਣਨ ਸੰਬੰਧੀ ਜਾਂ ਵਿਆਕਰਣ ਸੰਬੰਧੀ ਜੋ ਵੀ ਗਲਤੀਆਂ ਹਨ ਉਹ ਕੀਤੀਆਂ ਹਨ ਉਹ ਦੁਬਾਰਾ ਨਾ ਕਰਨ। ਇਸ ਲਈ ਉਪਚਾਰ ਕੀਤਾ ਜਾਂਦਾ ਹੈ, ਹੱਲ ਕੀਤਾ ਜਾਂਦਾ ਹੈ ਵਿਧੀਆਂ ਦੇ ਦੁਆਰਾ। ਠੀਕ ਹੈ, ਬਾਲਕਾਂ ਦੀਆਂ ਆਦਤਾਂ, ਕੌਸ਼ਲਾਂ ਅਤੇ ਮਨੋਬਿਰਤੀਆਂ ਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਉਹਨਾਂ ਦਾ ਭਾਸ਼ਾ ਵਿਕਾਸ ਇੱਕ ਚੰਗੀ ਦਿਸ਼ਾ ਵਿੱਚ ਹੋ ਸਕੇ ਅਤੇ ਇਹਨਾਂ ਆਦਤਾਂ ਨੂੰ ਹੀ ਚੰਗੀ ਜ਼ਿੰਦਗੀ ਵਿੱਚ ਜੋੜ ਕੇ ਆਪਣਾ ਸਰਬਪੱਖੀ ਵਿਕਾਸ ਕਰ ਸਕੇ। ਤਾਂ ਜਿਵੇਂ ਕਿ ਆਪਾਂ ਗੱਲ ਕੀਤੀ ਹੈ ਕਿ ਭਾਸ਼ਾ ਦੇ ਉੱਪਰ ਹੀ ਬੱਚੇ ਦਾ ਜਿਹੜਾ ਹੈ ਸਰਬਪੱਖੀ ਵਿਕਾਸ ਟਿਕਿਆ ਹੋਇਆ, ਕਿਉਂਕਿ ਬੱਚੇ ਦੀ ਭਾਸ਼ਾ ਦੇ ਮੁਤਾਬਕ ਹੀ ਉਸ ਦੀਆਂ ਹਰ ਤਰ੍ਹਾਂ ਦੀਆਂ ਜਿਹੜੀਆਂ ਮਨੋਵਿਗਿਆਨਿਕ ਲੋੜਾਂ ਹਨ ਜਾਂ ਸਿੱਖਿਆ ਸੰਬੰਧੀ ਲੋੜਾਂ ਹਨ, ਉਹਨਾਂ ਦੀਆਂ ਆਦਤਾਂ, ਕੌਸ਼ਲਾਂ, ਮਨੋਵਿਰਤੀਆਂ ਨੂੰ ਇਸ ਤਰੀਕੇ ਨਾਲ ਬਣਾਇਆ ਜਾਂਦਾ ਹੈ ਕਿ ਉਹ ਆਪਣੇ ਭਾਸ਼ਾ ਦਾ ਵੀ ਵਧੀਆ ਤਰੀਕੇ ਨਾਲ, ਸ਼ੁੱਧ ਤਰੀਕੇ ਨਾਲ ਪ੍ਰਯੋਗ ਕਰ ਸਕੇ ਅਤੇ ਆਪਣੇ ਜੀਵਨ ਦੇ ਵਿੱਚ ਉਸ ਨੂੰ ਜੋੜ ਕੇ ਆਪਣਾ ਵਿਕਾਸ ਕਰ ਸਕੇ। ਠੀਕ ਹੈ ਜੀ, ਉਮੀਦ ਹੈ ਕਿ ਉਪਚਾਰਿਕ ਸਿੱਖਿਆ ਕੀ ਚੀਜ਼ ਹੈ, ਤਖਸ਼ੀਸ਼ੀ ਸਿੱਖਿਆ ਕੀ ਹੈ, ਦੋਵਾਂ ਦੇ ਵਿੱਚ ਅੰਤਰ ਕੀ ਹੈ, ਸਪਸ਼ਟ ਜਿਹੜੀ ਜਾਣਕਾਰੀ ਤੁਹਾਨੂੰ ਹਾਸਲ ਹੋ ਗਈ ਹੋਏਗੀ। ਅੱਗੇ ਵਧਦੇ ਹਾਂ ਜੀ। ਉਪਚਾਰਿਕ ਸਿੱਖਿਆ ਦੇ ਉਦੇਸ਼ ਕੀ ਹਨ? ਹਾਂਜੀ, ਉਪਚਾਰਿਕ ਸਿੱਖਿਆ ਦੇ ਉਦੇਸ਼ ਬਾਲਕਾਂ ਦੀਆਂ ਭਾਸ਼ਾ ਸੰਬੰਧੀ ਅਸ਼ੁੱਧੀਆਂ ਅਤੇ ਤਰੁੱਟੀਆਂ ਨੂੰ ਦੂਰ ਕਰਨਾ। ਦੂਸਰਾ ਹੈ ਗਿਆਨ ਪ੍ਰਾਪਤੀ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੀਆਂ ਕਠਿਨਾਈਆਂ ਦੂਰ ਕਰਨਾ। ਜੋ ਵੀ ਗਿਆਨ ਪ੍ਰਾਪਤੀ ਦੇ ਰਾਹ ਵਿੱਚ ਰੁਕਾਵਟਾਂ ਹਨ, ਕੋਈ ਬੋਲਣ ਸੰਬੰਧੀ, ਕੋਈ ਕੌਸ਼ਲਾਂ ਸੰਬੰਧੀ, ਸੁਣਨ ਸੰਬੰਧੀ, ਠੀਕ ਹੈ, ਲਿਖਣ ਬੋਲਣ ਸੰਬੰਧੀ ਜਾਂ ਵਿਆਕਰਨ ਸੰਬੰਧੀ, ਉਹਨਾਂ ਰੁਕਾਵਟਾਂ ਨੂੰ, ਉਹਨਾਂ ਸਮੱਸਿਆਵਾਂ ਨੂੰ ਦੂਰ ਕਰਨਾ। ਬਾਲਕਾਂ ਨੂੰ ਵੱਧ ਤੋਂ ਵੱਧ ਕਿਰਿਆਸ਼ੀਲ ਬਣਾਇਆ ਜਾਂਦਾ ਹੈ ਜੀ। ਮਤਲਬ ਉਹਨਾਂ ਦੇ ਜਿਹੜੇ ਕੌਸ਼ਲ ਹੈ, ਉਹਨਾਂ ਦੀ ਜਿਹੜੀ ਯੋਗਤਾ ਹੈ, ਉਹਨਾਂ ਦੀਆਂ ਮਨੋਵਿਰਤੀਆਂ ਹਨ, ਉਹਨਾਂ ਨੂੰ ਪ੍ਰੈਕਟੀਕਲੀ ਬਣਾਇਆ ਜਾਂਦਾ ਹੈ, ਕਿਰਿਆਸ਼ੀਲ ਬਣਾਇਆ ਜਾਂਦਾ ਹੈ। ਮੰਨ ਲਓ ਕੋਈ ਬਾਲਕ ਜਾਂ ਬੱਚਾ ਬੋਲਣ ਦੇ ਵਿੱਚ ਗਲਤੀ ਕਰ ਰਿਹਾ, ਲਿਖਣ ਦੇ ਵਿੱਚ ਗਲਤੀ ਕਰ ਰਿਹਾ, ਤਾਂ ਉਹਨਾਂ ਨੂੰ ਵਾਰ-ਵਾਰ ਇਹਨਾਂ ਉਪਚਾਰਿਕ ਵਿਧੀਆਂ ਦੇ ਦੁਆਰਾ ਇੰਨਾ ਹੀ ਕਿਰਿਆਸ਼ੀਲ ਬਣਾਇਆ ਜਾਂਦਾ ਹੈ ਜਾਂ ਪ੍ਰਯੋਗਾਤਮਕ ਬਣਾਇਆ ਜਾਂਦਾ ਹੈ ਕਿ ਉਹ ਬੱਚਾ ਆਪਣੀਆਂ ਗਲਤੀਆਂ ਦਾ ਸੁਧਾਰ ਕਰਕੇ ਭਾਸ਼ਾ ਦੇ ਵਿੱਚ ਵੱਧ ਤੋਂ ਵੱਧ ਸ਼ੁੱਧਤਾ ਲੈ ਕੇ ਆਵੇ। ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾਉਣਾ। ਤਾਂ ਉੱਪਰ ਦਿੱਤੀਆਂ ਜਿਹੜੀਆਂ ਆਪਾਂ ਗੱਲ ਕੀਤੀ ਹੈ ਕਿ ਜੇ ਬੱਚਿਆਂ ਦੀਆਂ ਚਾਰੇ ਕੌਸ਼ਲਾਂ ਦੇ ਵਿੱਚ ਜਾਂ ਭਾਸ਼ਾ ਸੰਬੰਧੀ ਜੋ ਵੀ ਗਲਤੀਆਂ ਦੂਰ ਹੋ ਜਾਂਦੀਆਂ ਤਾਂ ਫਿਰ ਉਹ ਸਿੱਖਿਆ ਨੂੰ ਜਿਹੜੇ ਆਪਣੇ ਪ੍ਰਭਾਵਸ਼ਾਲੀ ਬਣਾ ਸਕਦਾ ਹੈ ਜੀ। ਬਾਲਕਾਂ ਨੂੰ ਉਹਨਾਂ ਦੀਆਂ ਤਰੁੱਟੀਆਂ ਜਾਂ ਦੋਸ਼ਾਂ ਪ੍ਰਤੀ ਸੁਚੇਤ ਕਰਕੇ ਉਹਨਾਂ ਵਿੱਚ ਸੁਧਾਰ ਕਰਨਾ, ਕਿ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੀਆਂ ਕੀ ਗਲਤੀਆਂ ਹਨ, ਉਹਨਾਂ ਨੂੰ ਕਿਸ ਤਰੀਕੇ ਨਾਲ ਸੁਧਾਰਿਆ ਗਿਆ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੱਚੇ ਦੁਬਾਰਾ ਗਲਤੀ ਅਜਿਹੀਆਂ ਨਾ ਕਰਨ ਜੀ। ਅੱਗੇ ਵਧ ਰਹੇ ਹਾਂ ਜੀ।
ਬਾਲਕਾਂ ਦੀਆਂ ਭਿੰਨ-ਭਿੰਨ ਕਠਿਨਾਈਆਂ ਨੂੰ ਸਮਝਣ ਅਤੇ ਦੂਰ ਕਰਨ ਵਿੱਚ ਮਦਦ ਕਰਨਾ, ਜਿਵੇਂ ਮਾਨਸਿਕ ਸਮੱਸਿਆਵਾਂ, ਬੌਧਿਕ ਸਮੱਸਿਆਵਾਂ, ਸਮਾਜਿਕ ਸਮੱਸਿਆਵਾਂ, ਸਰੀਰਕ ਅਤੇ ਸੰਵੇਗਾਤਮਕ ਵਿਕਾਸ ਕਰਨਾ। ਤਾਂ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੱਲ ਕਰਕੇ ਉਹਨਾਂ ਦਾ ਹਰ ਪੱਖੋਂ ਜਿਹੜਾ ਹੈ ਵਿਕਾਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਪਚਾਰਿਕ ਵਿਧੀਆਂ ਦੇ ਦੁਆਰਾ। ਅੱਗੇ ਵਧਦੇ ਹਾਂ। ਬਾਲਕਾਂ ਦੀ ਅਸਲੀ ਪ੍ਰਤਿਭਾ ਨੂੰ ਪਹਿਚਾਣ ਕੇ ਉਸ ਦਾ ਵਿਕਾਸ ਕੀਤਾ ਜਾਂਦਾ ਹੈ ਜੀ, ਕਿ ਬੱਚੇ ਦੀ ਅਸਲੀ ਪ੍ਰਤਿਭਾ ਕੀ ਹੈ, ਉਹਨਾਂ ਨੂੰ ਕਿਵੇਂ ਉਭਾਰਿਆ ਜਾ ਸਕਦਾ ਹੈ, ਭਾਸ਼ਾ ਸੰਬੰਧੀ ਕਿਵੇਂ ਉਹਨਾਂ ਭਾਸ਼ਾ ਦੇ ਨਾਲ ਜੋੜ ਕੇ ਉਹਨਾਂ ਦੇ ਮਨ ਦੇ ਭਾਵਾਂ ਨੂੰ ਕਿਸੇ ਤਰੀਕੇ ਨਾਲ ਉਜਾਗਰ ਕੀਤਾ ਜਾ ਸਕਦਾ ਹੈ ਕਿ ਆਪਣੇ ਮਨ ਦੇ ਜਿਹੜੇ ਭਾਵ ਹੈ ਉਹ ਵਧੀਆ ਤੋਂ ਵਧੀਆ ਤਰੀਕੇ ਨਾਲ ਸਪਸ਼ਟ ਕਰ ਸਕੇ, ਬੋਲਣ ਦੇ ਰੂਪ ਦੇ ਵਿੱਚ ਵੀ, ਲਿਖਣ ਦੇ ਰੂਪ ਦੇ ਵਿੱਚ ਵੀ, ਅਤੇ ਬੱਚਾ ਕਿਹੜਾ ਹੈ ਜਿਹੜਾ ਉਹ ਆਪਣੀ ਭਾਸ਼ਾ ਦਾ ਵਿਆਕਰਨਿਕ ਰੂਪ ਦੇ ਵਿੱਚ ਵੀ ਸ਼ੁੱਧ ਤੇ ਸਪਸ਼ਟ ਪ੍ਰਯੋਗ ਕਰ ਸਕੇ। ਕੌਸ਼ਲਾਂ ਦੀ ਸਿਖਲਾਈ ਪ੍ਰਕਿਰਿਆ ਦੌਰਾਨ ਤਰੁੱਟੀਆਂ, ਅਯੋਗਤਾਵਾਂ ਆਦਿ ਨੂੰ ਦੂਰ ਕਰਨਾ। ਉਹੀ ਗੱਲ ਆਪਾਂ ਕੀਤੀ ਹੈ ਕਿ ਜਿਹੜੇ ਕੌਸ਼ਲ ਹੁੰਦੇ ਹਨ ਬੱਚੇ ਨੂੰ, ਜਿਵੇਂ 4 ਕੌਸ਼ਲ ਆਪਾਂ ਗੱਲ ਕਰ ਚੁੱਕੇ ਹਾਂ, ਜਿਵੇਂ ਸੁਣਨਾ, ਬੋਲਣਾ, ਪੜ੍ਹਨਾ, ਲਿਖਣਾ, ਉਹਨਾਂ ਦੀ ਸਿਖਲਾਈ ਇਸੇ ਤਰੀਕੇ ਨਾਲ ਕਰਵਾਈ ਜਾਂਦੀ ਹੈ ਕਿ ਬੱਚਿਆਂ ਦੀ ਹਰ ਤਰ੍ਹਾਂ ਦੀ ਸਮੱਸਿਆਵਾਂ ਜਾਂ ਤਰੁੱਟੀਆਂ ਨੂੰ ਦੂਰ ਕੀਤਾ ਜਾਂਦਾ ਹੈ। ਬੱਚਿਆਂ ਦਾ ਸਰਵਪੱਖੀ ਵਿਕਾਸ ਕਰਕੇ ਉਹਨਾਂ ਨੂੰ ਸੰਤੁਸ਼ਟ ਕਰਨਾ। ਤਾਂ ਉਪਚਾਰਿਕ ਸਿੱਖਿਆ ਦੇ ਦੁਆਰਾ ਬੱਚਿਆਂ ਦੀਆਂ ਭਾਸ਼ਾ ਸੰਬੰਧੀ ਹਰ ਤਰ੍ਹਾਂ ਦੀ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਹਨ ਉਹਨਾਂ ਨੂੰ ਦੂਰ ਕਰਕੇ ਬੱਚਿਆਂ ਨੂੰ ਸੰਪੂਰਨ ਰੂਪ ਦੇ ਵਿੱਚ ਸੰਤੁਸ਼ਟ ਕੀਤਾ ਜਾਂਦਾ ਹੈ। ਉਮੀਦ ਹੈ ਕਿ ਥਿਊਰੀ ਜਿਹੜੀ ਹੈ ਤੁਹਾਨੂੰ ਸਮਝ ਆ ਗਈ ਹੋਏਗੀ। ਤਾਂ ਆਪਾਂ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਓ ਆਪਾਂ ਅੱਗੇ ਵਧਦੇ ਹਾਂ। ਫਿਰ ਇਸ ਦੇ ਕੁਝ ਬਹੁਤ ਹੀ ਇੰਪੋਰਟੈਂਟ MCQs ਜੋ ਪੁਰਾਣੇ ਪੇਪਰਾਂ ਦੇ ਵਿੱਚ ਵੀ ਆਏ ਹਨ ਅਤੇ ਹੋਰ ਵੀ ਜਿਹੜੇ ਹੈ ਆਉਣ ਦੀ ਸੰਭਾਵਨਾ ਹੈ ਜੀ। ਆਓ ਆਪਾਂ ਫਿਰ ਕਰਦੇ ਹਾਂ ਅੱਗੇ। ਪਹਿਲਾ ਪ੍ਰਸ਼ਨ ਦੇਖੋ ਜੀ, ਉਪਚਾਰਿਕ ਸਿੱਖਿਆ ਦਾ। ਸਿੱਖਿਆ ਦੇ ਸੰਕਲਪ ਦਾ ਵਾਸਤਵਿਕ ਅਰਥ ਕੀ ਹੈ ਜੀ? ਦੱਸੋ ਜੀ। ਆਪਾਂ ਇਹ ਪ੍ਰਸ਼ਨ ਬਹੁਤ ਹੀ ਇੰਪੋਰਟੈਂਟ ਹੈ। ਤੁਸੀਂ ਇਸ ਨੂੰ ਦੇਖੋ, ਇਹਨਾਂ ਦੇ ਉੱਤਰ ਨੂੰ ਪਹਿਚਾਣੋ ਅਤੇ ਇਸ ਦਾ ਆਨਸਰ ਜਿਹੜਾ ਹੈ ਤੁਸੀਂ ਇੱਕ ਨਾਲ ਨਾਲ ਨੋਟ ਕਰਦੇ ਜਾਓ। ਪਤਾ ਲੱਗਦਾ ਰਹੇਗਾ ਤੁਹਾਨੂੰ ਤੁਹਾਡੀ ਕਿੰਨੀ ਕੁ ਤਿਆਰੀ ਹੋ ਚੁੱਕੀ ਹੈ, ਕਿੰਨੇ ਤੁਹਾਡੇ ਆਨਸਰ ਜਿਹੜੇ ਸਹੀ ਹੈ, ਕਿੰਨੇ ਗਲਤ ਹੁੰਦੇ ਆ ਜੀ। ਜਿੰਨੇ ਵੀ ਗਲਤ ਹੁੰਦੇ ਆ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਹਜੇ ਥੋੜ੍ਹਾ ਜਿਹਾ ਸਮਾਂ ਆਪਣੇ ਕੋਲ ਹੈ, ਤੁਸੀਂ ਆਪਣੀ ਗਲਤੀਆਂ ਨੂੰ ਸੁਧਾਰ ਸਕਦੇ ਹੋ। ਸਿੱਖਿਆ ਦੇ ਸੰਕਲਪ ਦਾ ਵਾਸਤਵਿਕ ਅਰਥ ਕੀ ਹੈ ਜੀ? ਸਕੂਲੀ ਸਿੱਖਿਆ, ਲਿਖਣ ਦੀ ਸਿੱਖਿਆ, ਘਰੇਲੂ ਸਿੱਖਿਆ ਜਾਂ ਜੀਵਨ ਭਰ ਸਿੱਖਣ ਦੀ ਪ੍ਰਕਿਰਿਆ। ਤਾਂ ਆਪਾਂ ਨੂੰ ਬਿਲਕੁਲ ਇਸ ਦਾ ਸਹੀ ਪਹਿਚਾਣ ਆ ਗਿਆ ਜੀ ਉੱਤਰ ਦੀ। ਇਸ ਦਾ ਆਨਸਰ ਆਏਗਾ ਜੀ 4th ਆਪਸ਼ਨ, ਜੀਵਨ ਭਰ ਸਿੱਖਣ ਦੀ ਪ੍ਰਕਿਰਿਆ ਹੈ। ਸਿੱਖਿਆ ਮਤਲਬ ਕਿ ਆਦਮੀ ਜਿਹੜਾ ਹੈ ਉਹ ਮਰਦੇ ਦਮ ਤੱਕ, ਚਾਹੇ ਉਹ 100 ਸਾਲਾਂ ਦਾ ਹੋ ਜਾਵੇ, ਉਹ ਆਪਣੇ ਅਖੀਰ ਸਮੇਂ ਤੱਕ ਵੀ ਸਿੱਖਿਆ ਜਿਹੜਾ ਹੈ ਉਹ ਪ੍ਰਾਪਤ ਕਰਦਾ ਰਹਿੰਦਾ। ਉਹ ਚਾਹੇ ਉਹ ਪ੍ਰੈਕਟੀਕਲੀ ਰੂਪ ਦੇ ਵਿੱਚ ਹੋਵੇ, ਚਾਹੇ ਕਿਸੇ ਤਰੀਕੇ ਦੀ ਵੀ ਹੋਵੇ, ਉਹ ਨਵੀਂ ਨਵੀਂ ਜਾਣਕਾਰੀ ਹਾਸਲ ਕਰਦਾ ਹੀ ਰਹਿੰਦਾ ਹੈ ਜੀ। ਅੱਗੇ ਹੈ ਪ੍ਰਸ਼ਨ ਨੰਬਰ 2। ਸਿੱਖਣ ਦਾ ਅਰਥ ਵਿਵਹਾਰ ਵਿੱਚ ਪ੍ਰਗਤੀਸ਼ੀਲ ਵਿਕਾਸ ਹੋਣਾ ਜੋ ਅਨੁਭਵ ਦੁਆਰਾ ਆਉਂਦਾ ਹੈ। ਬਹੁਤ ਹੀ ਇੰਪੋਰਟੈਂਟ ਹੈ ਜੀ, ਬਹੁਤ ਵਾਰ ਪੇਪਰ ਦੇ ਵਿੱਚ ਆ ਚੁੱਕਿਆ ਹੈ। ਇਹ ਕਿਸ ਮਨੋਵਿਗਿਆਨੀ ਨੇ ਕਿਹਾ ਜੀ? ਬਿਲਕੁਲ ਤੁਹਾਨੂੰ ਯਾਦ ਹੋ ਗਿਆ ਹੋਏਗਾ ਜੀ। ਕਰੋ ਐਂਡ ਕਰੋ ਨੇ, ਗੇਟਸ ਨੇ, ਸਕਿਨਰ ਨੇ ਜਾਂ ਵੁਡਵਰਥ ਨੇ ਜੀ। ਤਾਂ ਇਸ ਦਾ ਸਹੀ ਆਨਸਰ ਹੈ ਆਪਣੇ ਕੋਲੇ ਦੂਸਰਾ ਆਪਸ਼ਨ ਜੀ। ਗੇਟਸ ਨੇ ਇਹ ਗੱਲ ਕਹੀ ਹੈ ਜੀ, ਇਹ ਪਰਿਭਾਸ਼ਾ ਦਿੱਤੀ ਹੋਈ ਹੈ। ਅੱਗੇ ਵਧਦੇ ਹਾਂ। ਤੀਸਰਾ ਪ੍ਰਸ਼ਨ, ਗ੍ਰਹਿਣ ਕਰਨਾ ਅਤੇ ਸਿੱਖਣਾ ਇੱਕ ਅਜਿਹਾ ਪਰਿਵਰਤਨ ਹੈ ਜੋ ਮੂਲ ਰੂਪ ਵਿੱਚ ਕਿਸ ਤਰੀਕੇ ਦਾ ਹੈ? ਸਥਾਈ ਹੈ ਜਾਂ ਅਸਥਾਈ ਹੈ ਜਾਂ ਕਾਲਪਨਿਕ ਹੈ ਜਾਂ ਸਥੂਲ ਹੈ? ਹਾਂਜੀ ਦੱਸੋ ਜੀ। ਇਸ ਦਾ ਸਹੀ ਆਨਸਰ ਹੈ ਜੀ ਆਪਣੇ ਕੋਲੇ ਸਥਾਈ ਹੈ। ਜੋ ਬੱਚੇ ਨੇ ਸਿੱਖ ਲਿਆ ਹੈ, ਗ੍ਰਹਿਣ ਕਰ ਲਿਆ ਹੈ, ਤਾਂ ਉਹ ਆਪਣੇ ਗਿਆਨ ਭੰਡਾਰ ਦੇ ਵਿੱਚ ਵਾਧਾ ਕਰ ਰਿਹਾ ਜੀ। ਤਾਂ ਉਸ ਦੇ ਗਿਆਨ ਦੇ ਵਿੱਚ ਜਿਵੇਂ ਵਾਧਾ ਹੋ ਰਿਹਾ ਤਾਂ ਉਹ ਜਿਹੜਾ ਹੈ ਸਥਾਈ ਹੋ ਜਾਂਦਾ। ਉਹਨੂੰ ਪਤਾ ਲੱਗ ਜਾਂਦਾ ਵੀ ਇਹ ਗੱਲ ਕਿਸ ਤਰੀਕੇ ਦੀ ਹੈ, ਜਾਂ ਇਹ ਸਹੀ ਹੈ ਜਾਂ ਗਲਤ ਹੈ, ਉਸ ਦਾ ਨਤੀਜਾ ਕੀ ਹੈ, ਜਾਂ ਕਹਿ ਲਓ ਵੀ ਆਪਾਂ ਕੋਈ ਕਿਸੇ ਤਰੀਕੇ ਦਾ ਵੀ ਸਿੱਖਿਆ ਗਿਆ ਜਾਂਦਾ ਹੈ, ਗ੍ਰਹਿਣ ਕੀਤਾ ਜਾਂਦਾ ਹੈ, ਉਹ ਉਸ ਦੇ ਗਿਆਨ ਭੰਡਾਰ ਦੇ ਵਿੱਚ ਸੇਵ ਹੁੰਦਾ ਜਾਂਦਾ, ਜਾਂ ਆਪਾਂ ਕਹਿ ਦਈਏ ਕਿ ਉਹਦੇ ਮੈਮਰੀ ਦੇ ਵਿੱਚ ਜਿਹੜਾ ਹੈ ਉਹ ਸੇਵ ਹੁੰਦੀ ਜਾਂਦੀ ਹੈ ਉਹਦੀ ਸਿੱਖਣਾ। ਅੱਗੇ ਵਧਦੇ ਹਾਂ ਜੀ। ਪ੍ਰਸ਼ਨ ਨੰਬਰ 4। ਉਪਚਾਰਿਕ ਸਿੱਖਿਆ ਵਿੱਚ ਕਿਹੜੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ? ਵੈਰੀ ਇੰਪੋਰਟੈਂਟ ਹੈ ਜੀ। ਨਿਰੀਖਣ ਵਿਧੀ, ਕਿਰਿਆਤਮਕ ਵਿਧੀ, ਅਭਿਕ੍ਰਮਤ ਵਿਧੀ ਜਾਂ ਸਾਰੇ? ਠੀਕ ਹੈ, ਤਾਂ ਇਹ ਸਾਰੀਆਂ ਹੀ ਇੰਪੋਰਟੈਂਟ ਹੈ ਜੀ। ਤਾਂ ਇਹ ਇਸ ਦਾ ਆਨਸਰ ਹੈ ਜੀ ਆਪਣੇ ਕੋਲੇ 4th ਆਪਸ਼ਨ। ਇਹ ਸਾਰੀਆਂ ਹੀ ਵਿਧੀਆਂ ਉਪਚਾਰਿਕ ਸਿੱਖਿਆ ਦੀਆਂ ਵਿਧੀਆਂ ਹਨ ਜੀ। ਠੀਕ ਹੈ, ਨਿਰੀਖਣ, ਬੱਚਿਆਂ ਦੀ ਨਿਰੀਖਣ ਕੀਤੀ ਜਾਂਦੀ ਹੈ, ਬੱਚਿਆਂ ਨੂੰ ਕਿਰਿਆਤਮਕ ਰੂਪ ਦੇ ਵਿੱਚ ਵੀ ਕਿਰਿਆਵਾਂ ਕਰਵਾ ਕੇ ਬੱਚਿਆਂ ਦੀਆਂ ਜਿਹੜੀਆਂ ਭਾਸ਼ਾ ਸੰਬੰਧੀ ਕੋਈ ਸਮੱਸਿਆਵਾਂ ਹਨ ਉਹਨਾਂ ਦੀ ਪਹਿਚਾਣ ਕਰਵਾ ਕੇ ਉਹਨਾਂ ਦਾ ਉਪਚਾਰ ਕੀਤਾ ਜਾਂਦਾ ਹੈ। ਅਭਿਕ੍ਰਮਤ ਵਿਧੀ, ਇਸ ਕੁਛ ਵਿਧੀਆਂ ਕਰਵਾਉਣ ਤੋਂ ਬਾਅਦ ਬੱਚੇ ਨੂੰ ਆਪਣੀਆਂ ਗਲਤੀਆਂ ਨੂੰ ਖੁਦ ਜਾਂਚ ਕਰਨਾ ਅਤੇ ਉਹਨਾਂ ਦਾ ਸੁਧਾਰ ਕਰਨਾ, ਉਸ ਨੂੰ ਆਪਾਂ ਕਹਿੰਦੇ ਹਾਂ ਜੀ ਅਭਿਕ੍ਰਮਤ ਵਿਧੀ। ਇਹ ਬਹੁਤ ਹੀ ਇੰਪੋਰਟੈਂਟ ਹੈ ਜੀ, ਪੇਪਰ ਦੇ ਵਿੱਚ ਆਈ ਵੀ ਸੀ ਕਿ ਅਭਿਕ੍ਰਮਤ ਵਿਧੀ ਕੀ ਹੁੰਦੀ ਹੈ। ਤਾਂ ਧਿਆਨ ਨਾਲ ਸੁਣ ਲਓ ਕਿ ਜਦੋਂ ਬੱਚੇ ਆਪਣੀ ਭਾਸ਼ਾ ਸੰਬੰਧੀ ਗਲਤੀਆਂ ਨੂੰ
ਖੁਦ ਪਹਿਚਾਣਦੇ ਆ, ਉਹ ਇੰਨੇ ਕੁ ਕਾਬਲ ਬਣਾ ਦਿੱਤੇ ਜਾਂਦੇ ਆ ਇਸ ਲੈਵਲ ਤੱਕ ਕਿ ਬੱਚੇ ਖੁਦ ਉਹਨੂੰ ਪਤਾ ਲੱਗਣ ਲੱਗ ਜਾਂਦਾ ਹੈ ਵੀ ਸਾਨੂੰ ਇਹ ਗਲਤੀ ਕੀਤੀ ਹੈ, ਅਧਿਆਪਕ ਨੇ ਸਾਨੂੰ ਇਸ ਗਲਤੀ ਦਾ ਇਸ ਤਰੀਕੇ ਨਾਲ ਸੁਧਾਰ ਕਰਵਾਇਆ ਹੈ। ਤਾਂ ਬੱਚੇ ਫਿਰ ਖੁਦ ਆਪਣੀ ਗਲਤੀ ਨੂੰ ਪਹਿਚਾਣ ਕੇ ਉਸ ਦਾ ਖੁਦ ਹੀ ਹੱਲ ਲੱਭ ਲੈਂਦੇ ਆ ਜੀ। ਇਸ ਨੂੰ ਫਿਰ ਆਪਾਂ ਕੀ ਕਹਿੰਦੇ ਆ, ਅਭਿਕ੍ਰਮਿਤ ਵਿਧੀ। ਅੱਗੇ ਵਧਦੇ ਹਾਂ ਜੀ, ਪ੍ਰਸ਼ਨ ਨੰਬਰ 5, ਉਪਚਾਰਿਕ ਸਿੱਖਿਆ ਸਮੇਂ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਤਿਆਰ ਕਰੇ। ਕਿਸ ਪੱਧਰ ਦੇ ਉੱਪਰ ਤਿਆਰ ਕਰੇ? ਮਾਨਸਿਕ ਤੌਰ 'ਤੇ, ਸਰੀਰਕ ਅਤੇ ਮਾਨਸਿਕ ਤੌਰ 'ਤੇ, ਜਾਂ ਕੋਈ ਨਹੀਂ? ਤਾਂ ਬਿਲਕੁਲ ਆਪਾਂ ਨੂੰ ਇਸ ਦਾ ਪਤਾ ਲੱਗ ਗਿਆ ਜੀ। ਆਨਸਰ ਹੈ ਆਪਣਾ ਤੀਸਰਾ, ਸਰੀਰਕ ਅਤੇ ਮਾਨਸਿਕ ਤੌਰ 'ਤੇ ਜਿਹੜਾ ਹੈ ਉਪਚਾਰਿਕ ਸਿੱਖਿਆ ਸਮੇਂ ਅਧਿਆਪਕ ਬੱਚਿਆਂ ਨੂੰ ਤਿਆਰ ਕਰੇ। ਅੱਗੇ ਵਧਦੇ ਹਾਂ ਜੀ, ਪ੍ਰਸ਼ਨ ਨੰਬਰ 10ਵਾਂ, ਉਪਚਾਰਿਕ ਸਿੱਖਿਆ ਇੱਕ ਧੀਰਜ ਅਤੇ ਲਗਨ ਵਾਲਾ ਕਾਰਜ ਹੈ। ਇਹ ਵੀ ਆਇਆ ਹੋਇਆ ਜੀ ਪੇਪਰ ਦੇ ਵਿੱਚ। ਕਿਉਂ ਧੀਰਜ ਅਤੇ ਲਗਨ ਵਾਲਾ ਕਾਰਜ ਹੈ ਜੀ? ਦੱਸੋ ਜੀ। ਭਾਸ਼ਾ ਸੰਬੰਧੀ ਸਾਰੇ ਦੋਸ਼ ਇੱਕਦਮ ਨਹੀਂ ਸੁਧਾਰੇ ਜਾ ਸਕਦੇ। ਬਿਲਕੁਲ ਆਪਾਂ ਦੇਖਦੇ ਹਾਂ ਕਿ ਜਿਹੜੇ ਸਾਰੇ ਦੋਸ਼ ਹਨ, ਚਾਹੇ ਬੋਲਣ ਸੰਬੰਧੀ, ਸੁਣਨ ਸੰਬੰਧੀ, ਲਿਖਣ ਸੰਬੰਧੀ, ਪੜ੍ਹਨ ਸੰਬੰਧੀ, ਤਾਂ ਇੱਕਦਮ ਨਹੀਂ ਸੁਧਾਰੇ ਜਾ ਸਕਦੇ। ਤੇਜ਼ੀ ਕਰਨ ਨਾਲ ਬੱਚੇ ਵਿੱਚ ਹੀਣਤਾ ਭਾਵ ਆਉਂਦਾ ਹੈ ਕਿ ਬੱਚਿਆਂ ਨੂੰ ਤੇਜ਼ੀ ਨਾਲ ਉਹਨਾਂ ਦੀ ਗਲਤੀਆਂ ਦਾ ਸੁਧਾਰ ਕੀਤਾ ਜਾਵੇ, ਉਹਨਾਂ ਦੇ ਉੱਪਰ ਥੋੜ੍ਹਾ ਜਿਹਾ ਪ੍ਰੈਸ਼ਰ ਪੈ ਜਾਵੇ, ਤਾਂ ਬੱਚੇ ਥੋੜ੍ਹੇ ਆਪਣੇ ਆਪ ਦੇ ਵਿੱਚ ਡੀਮੋਟੀਵੇਟ ਮਹਿਸੂਸ ਕਰਨਗੇ। ਤੇਜ਼ੀ ਕਰਨ ਨਾਲ ਬੱਚੇ ਦਾ ਬੁੱਧੀ ਵਿਕਾਸ ਨਹੀਂ ਹੁੰਦਾ। ਠੀਕ ਹੈ, ਜਦੋਂ ਬੱਚੇ ਨੂੰ ਆਪਾਂ ਕਹਿੰਦੇ ਹਾਂ ਵੀ ਬਹੁਤ ਜ਼ਿਆਦਾ ਤੇਜ਼ੀ ਨਾਲ ਕੰਮ ਕਰੋ, ਜਾਂ ਬਹੁਤ ਜ਼ਿਆਦਾ ਤੇਜ਼ੀ ਨਾਲ ਗਲਤੀਆਂ ਸੁਧਾਰੋ, ਜਾਂ ਮਤਲਬ ਕਾਫੀ ਅੱਗੇ ਬਾਕੀ ਬੱਚਿਆਂ ਦੇ ਬਰਾਬਰ ਚੱਲੋ ਜਲਦੀ, ਤਾਂ ਬੱਚਿਆਂ ਦੀ ਆਪਣੀ ਸਿੱਖਣ ਦੀ ਜਿਹੜੀ ਹੈ ਬੌਧਿਕ ਸਮਰੱਥਾ ਹੁੰਦੀ ਹੈ। ਤੇਜ਼ੀ ਕਾਰਨ ਨਾਲ ਬੱਚਾ ਘਬਰਾਹਟ ਵਿੱਚ ਆਵੇਗਾ। ਉਹੀ ਗੱਲ ਜਿਹੜੀ ਆਪਾਂ ਉੱਪਰ ਕਰ ਚੁੱਕੇ ਹਾਂ। ਤਾਂ ਇਸ ਦਾ ਸਹੀ ਆਨਸਰ ਆਪਣੇ ਕੋਲੇ ਆਏਗਾ ਜੀ 10ਵੇਂ ਦਾ ਪਹਿਲਾ। ਭਾਸ਼ਾ ਸੰਬੰਧੀ ਸਾਰੇ ਦੋਸ਼ ਇੱਕਦਮ ਨਹੀਂ ਸੁਧਾਰੇ ਜਾ ਸਕਦੇ। ਇਸ ਲਈ ਜਿਹੜੀ ਉਪਚਾਰਿਕ ਸਿੱਖਿਆ ਹੈ ਉਹ ਧੀਰਜ ਅਤੇ ਲਗਨ ਵਾਲਾ ਕਾਰਜ ਹੈ। ਉਸ ਨੂੰ ਹਰੇਕ ਬੱਚੇ ਦੀਆਂ ਆਪਣੀਆਂ ਅਯੋਗਤਾਵਾਂ ਹੁੰਦੀਆਂ ਹਨ, ਆਪਣੀਆਂ ਕੁਝ ਕਮੀਆਂ ਹੁੰਦੀਆਂ ਹਨ। ਹਰੇਕ ਬੱਚਾ ਆਪਣੀ ਜਿਹੜੀ ਹੈ ਗਤੀ ਨਾਲ ਸਿੱਖਦਾ ਹੈ। ਇਸ ਲਈ ਅਧਿਆਪਕ ਨੂੰ ਚਾਹੀਦਾ ਹੈ ਕਿ ਉਪਚਾਰਿਕ ਸਿੱਖਿਆ ਦੇਣ ਵੇਲੇ ਬਹੁਤ ਹੀ ਧੀਰਜ, ਬਹੁਤ ਹੀ ਲਗਨ ਅਤੇ ਬਹੁਤ ਹੀ ਸਹਿਜਤਾ ਨਾਲ ਜਿਹੜਾ ਹੈ ਕੰਮ ਕਰੇ ਜੀ। ਅੱਗੇ ਵਧਦੇ ਹਾਂ, ਪ੍ਰਸ਼ਨ ਨੰਬਰ 11, ਗੁੱਟ ਉਪਚਾਰ ਦੀ ਉਪਚਾਰਿਤਮਿਕ ਸਿੱਖਿਆ ਦਾ ਕੀ ਅਰਥ ਹੈ? ਗੁੱਟ ਉਪਚਾਰ ਹੁੰਦਾ ਹੈ ਜੀ ਸਮੂਹ ਜਾਂ ਗਰੁੱਪ ਦੇ ਵਿੱਚ ਵੰਡ ਦੇਣਾ, ਸਮੁੱਚੀ ਸ਼੍ਰੇਣੀ ਦਾ ਉਪਚਾਰ ਕਰਨਾ, ਦੋ ਬੱਚਿਆਂ ਦੇ ਇੱਕੋ ਸਮੇਂ ਭਾਸ਼ਾ ਦੋਸ਼ਾਂ ਦਾ ਉਪਚਾਰ ਕਰਨਾ, ਦੋਸ਼ਾਂ ਦੇ ਆਧਾਰ 'ਤੇ ਸ਼੍ਰੇਣੀ ਦੇ ਬੱਚਿਆਂ ਦੇ ਵੱਖ-ਵੱਖ ਗੁੱਟ ਬਣਾ ਕੇ ਉਪਚਾਰ ਕਰਨਾ, ਕੇਵਲ ਵਿਆਕਰਣ ਸੰਬੰਧੀ ਗਲਤੀਆਂ ਕਰਨ ਵਾਲੇ ਬੱਚਿਆਂ ਦਾ ਗੁੱਟ ਬਣਾ ਕੇ ਉਪਚਾਰ ਕਰਨਾ। ਬਹੁਤ ਹੀ ਇੰਪੋਰਟੈਂਟ ਹੈ ਜੀ ਕੁਐਸਚਨ। ਤਾਂ ਇਸ ਦਾ ਆਨਸਰ ਹੈ ਜੀ ਆਪਣੇ ਕੋਲੇ ਤੀਸਰਾ ਆਪਸ਼ਨ ਜੀ। ਦੋਸ਼ਾਂ ਦੇ ਆਧਾਰ 'ਤੇ ਕਿ ਬੱਚਿਆਂ ਦੇ ਅਲੱਗ ਦੋਸ਼ ਜਾਂ ਤਰੁੱਟੀਆਂ ਜਾਂ ਗਲਤੀਆਂ ਕੀ ਹਨ, ਅਤੇ ਸ਼੍ਰੇਣੀ ਦੇ ਬੱਚਿਆਂ ਦੇ ਵੱਖ-ਵੱਖ ਗਰੁੱਪ ਬਣਾ ਕੇ ਉਹਨਾਂ ਦਾ ਉਪਚਾਰ ਕਰਨਾ। ਮੰਨ ਲਓ 4 ਬੱਚੇ ਬੋਲਣ ਦੇ ਵਿੱਚ ਗਲਤੀ ਕਰ ਰਹੇ ਆ, 4 ਬੱਚੇ ਲਿਖਣ ਦੇ ਵਿੱਚ ਗਲਤੀ ਕਰ ਰਹੇ ਆ, 4 ਬੱਚੇ ਵਿਆਕਰਣ ਦਾ ਠੀਕ ਢੰਗ ਨਾਲ ਪ੍ਰਯੋਗ ਨਹੀਂ ਕਰ ਰਹੇ, ਜਾਂ 4 ਬੱਚੇ ਸੁਣਨ ਦੇ ਵਿੱਚ ਉਹਨਾਂ ਦਾ ਦੋਸ਼ ਹੈ, ਤਾਂ ਉਹਨਾਂ ਦੇ ਅਲੱਗ-ਅਲੱਗ ਸਮੱਸਿਆ ਦੇ ਆਧਾਰ 'ਤੇ ਉਹਨਾਂ ਦਾ ਗਰੁੱਪ ਬਣਾ ਕੇ ਉਹਨਾਂ ਦਾ ਉਪਚਾਰ ਕੀਤਾ ਜਾਣਾ ਚਾਹੀਦਾ ਹੈ। ਅੱਗੇ ਵਧਦੇ ਹਾਂ, ਪ੍ਰਸ਼ਨ ਨੰਬਰ 12 ਦੇ ਉੱਪਰ ਜੀ। ਉਪਚਾਰਿਕ ਸਿੱਖਿਆ ਦੇ ਮੁੱਖ ਤੌਰ 'ਤੇ ਅਰਥ ਕੀ ਹਨ? ਮੁੱਖ ਤੌਰ 'ਤੇ ਕੀ ਅਰਥ ਹਨ ਜੀ? ਬੱਚੇ ਨੂੰ ਸਿਹਤਮੰਦ ਬਣਾਉਣਾ, ਛੁੱਟੀ ਤੋਂ ਪਿੱਛੋਂ ਕਮਜ਼ੋਰ ਬੱਚਿਆਂ ਨੂੰ ਪੜ੍ਹਾਉਣਾ, ਕਮਜ਼ੋਰ ਬੱਚਿਆਂ ਦੇ ਅਧਿਆਪਕ ਲਿਖਣ ਦੋਸ਼ਾਂ ਨੂੰ ਦੂਰ ਕਰਨਾ, ਜਾਂ ਸਾਰੇ? ਠੀਕ ਹੈ ਜੀ। ਤਾਂ ਇਹਦੇ ਵਿੱਚ ਸਾਰੇ ਜਿਹੜਾ ਹੈ ਨਹੀਂ ਆਏਗਾ। ਮੁੱਖ ਇਹਦੇ ਵਿੱਚ ਪੁੱਛਿਆ ਗਿਆ ਕਿ ਕਮਜ਼ੋਰ ਬੱਚਿਆਂ ਦੇ ਅਧਿਆਪਕ ਲਿਖਣ ਦੋਸ਼ਾਂ ਨੂੰ ਦੂਰ ਕਰਨਾ ਜੀ। ਬਾਕੀ ਤਾਂ ਜਿਵੇਂ ਹੁਣ ਛੁੱਟੀ ਤੋਂ ਕਮਜ਼ੋਰ ਬੱਚੇ ਸਿਹਤਮੰਦ ਬਣਾਉਣਾ, ਤੇ ਇਹਦੇ ਨਾਲ ਆਨਸਰ ਆਏਗਾ ਜੀ ਇਸ ਦਾ ਆਪਣੇ ਕੋਲੇ ਤੀਸਰਾ ਆਪਸ਼ਨ ਜੀ। ਕਮਜ਼ੋਰ ਬੱਚਿਆਂ ਨੂੰ, ਕਮਜ਼ੋਰ ਬੱਚੇ ਮਤਲਬ ਹਰ ਤਰ੍ਹਾਂ ਦੀ ਉਹਨਾਂ ਦੀ ਕਮਜ਼ੋਰੀ, ਚਾਹੇ ਉਹ ਬੋਲਣ ਦੇ ਵਿੱਚ ਹੋਵੇ, ਲਿਖਣ ਦੇ ਵਿੱਚ ਹੋਵੇ, ਪੜ੍ਹਨ ਦੇ ਵਿੱਚ ਹੋਵੇ, ਵਿਆਕਰਣਿਕ ਬੱਚੇ ਹੋਵੇ, ਠੀਕ ਹੈ, ਉਹਨਾਂ ਦੀ ਲਿਖਣ ਦੋਸ਼ਾਂ ਨੂੰ ਦੂਰ ਕਰਨਾ ਜੀ। ਠੀਕ ਹੈ। ਅੱਗੇ ਹੈ ਜੀ ਪ੍ਰਸ਼ਨ ਨੰਬਰ 13, ਜੋ ਬੱਚੇ ਕਿਰਿਆਸ਼ੀਲ ਨਹੀਂ ਹੁੰਦੇ ਤਾਂ ਤੁਸੀਂ ਅਧਿਆਪਕ ਵਜੋਂ ਕੀ ਕਰੋਗੇ? ਮਤਲਬ ਬੱਚੇ ਅਧਿਆਪਕ ਦੇ ਨਾਲ ਨਹੀਂ ਚੱਲਦੇ, ਜਾਂ ਜਿਸ ਗਤੀ ਨਾਲ ਪੜ੍ਹਾਇਆ ਜਾ ਰਿਹਾ ਉਸ ਗਤੀ ਨਾਲ ਬੱਚੇ ਬਰਾਬਰ ਨਹੀਂ ਚੱਲ ਪਾ ਰਹੇ, ਤਾਂ ਫਿਰ ਅਧਿਆਪਕ ਵਜੋਂ ਕੀ ਕੀਤਾ ਜਾਵੇ? ਬੱਚਿਆਂ ਦੀ ਰੁਚੀਆਂ ਬਾਰੇ ਜਾਂਚ ਕਰੋਗੇ, ਅਧਿਆਪਕ ਦੇ ਸਨਮਾਨ ਦੀ ਸਮੀਖਿਆ ਕਰੋਗੇ, ਪੜ੍ਹਾਉਣ ਦੀ ਵਿਧੀ ਬਦਲੋਗੇ। ਇਹ ਸਾਰੇ ਸਹੀ ਹਨ ਜੀ। ਹਾਂਜੀ, ਕੀ ਆਨਸਰ ਹੋਣਾ ਚਾਹੀਦਾ ਹੈ? ਤੁਸੀਂ ਇਸ ਦੇ ਉੱਤਰ ਦੀ ਪਹਿਚਾਣ ਕਰ ਲਈ ਹੋਏਗੀ ਕਿ ਬੱਚਿਆਂ ਦੀ ਰੁਚੀਆਂ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਕਿ ਬੱਚੇ ਕਿਸ ਰੁਚੀ ਦੇ ਅਨੁਸਾਰ ਪੜ੍ਹਨਗੇ, ਸਮਝਣਗੇ। ਅਧਿਆਪਕ ਦੇ ਸਨਮਾਨ ਦੀ ਸਮੀਖਿਆ ਕਰੋ। ਸਨਮਾਨ ਇੱਥੇ ਮਤਲਬ ਵਿਧੀਆਂ ਦੀ ਸਮੀਖਿਆ ਕਰੋਗੇ ਵੀ ਆਪਣੇ ਆਪ ਦੇ ਵਿੱਚ ਕੀ ਜਿਹੜੀ ਆਪਣੀ ਪੜ੍ਹਾਉਣ ਦਾ ਜਿਹੜਾ ਢੰਗ ਹੈ, ਠੀਕ ਹੈ, ਸਾਧਨ ਹਨ, ਉਹਨਾਂ ਦਾ ਬਦਲਾਵ ਕੀਤਾ ਜਾਵੇ, ਸਮੀਖਿਆ ਕੀਤੀ ਜਾਵੇ ਵੀ ਉਹਦੇ ਵਿੱਚ ਕੋਈ ਕਮੀਆਂ ਹਨ। ਪੜ੍ਹਾਉਣ ਦੀ ਵਿਧੀਆਂ ਬਦਲੋਗੇ, ਕਿਸ ਤਰੀਕੇ ਨਾਲ ਬੱਚੇ ਪੜ੍ਹਨਗੇ,
ਠੀਕ ਹੈ। ਤਾਂ ਪ੍ਰੈਕਟੀਕਲੀ ਬੱਚੇ ਦੀ ਵਿਧੀਆਂ ਅਪਣਾਈਆਂ ਜਾਣ ਤਾਂ ਇਹ ਸਾਰੇ ਹੀ ਸਹੀ ਹਨ। ਹਾਂਜੀ, ਅੱਗੇ ਹੈ ਪ੍ਰਸ਼ਨ ਨੰਬਰ 14ਵਾਂ। ਜੇ ਕੋਈ ਬੱਚਾ ਸ਼੍ਰੇਣੀ ਵਿੱਚ ਤੁਹਾਡੇ ਕੋਲੋਂ ਪ੍ਰਸ਼ਨ ਪੁੱਛਦਾ ਹੈ ਤਾਂ ਤੁਸੀਂ ਕੀ ਕਰੋਗੇ? ਹਾਂਜੀ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹਨ। ਉਮੀਦ ਹੈ ਕਿ ਤੁਹਾਨੂੰ ਇਹ ਕੁਐਸਚਨ ਪਸੰਦ ਆ ਰਹੇ ਹੋਣਗੇ, ਬਿਲਕੁਲ ਸਮਝ ਆ ਰਹੀ ਹੋਏਗੀ। ਉਸ ਦੇ ਉੱਦਮ ਦੀ ਪ੍ਰਸ਼ੰਸਾ ਕਰੋਗੇ ਅਤੇ ਉੱਤਰ ਦਾ ਜਵਾਬ ਦਿਓਗੇ। ਉਸ ਨੂੰ ਜਮਾਤ ਤੋਂ ਬਾਅਦ ਆਪਣੇ ਕੋਲ ਆਉਣ ਲਈ ਕਹੋਗੇ। ਕਿਸੇ ਹੋਰ ਬੱਚੇ ਨੂੰ ਉੱਤਰ ਦੇਣ ਲਈ ਕਹੋਗੇ। ਮੂਰਖਤਾਪੂਰਨ ਪ੍ਰਸ਼ਨ ਕਹਿ ਕੇ ਡਾਂਟੋਗੇ। ਇੱਥੇ ਮੂਰਖਤਾ ਸ਼ਬਦ ਹੈ, ਮਤਲਬ ਉਸ ਨੂੰ ਡਾਂਟੋਗੇ ਵੀ ਇਹ ਤਾਂ ਬੜਾ ਮੂਰਖਤਾ ਭਰਿਆ ਪ੍ਰਸ਼ਨ ਪੁੱਛਿਆ, ਤੁਸੀਂ ਡਾਂਟੋਗੇ। ਠੀਕ ਹੈ, ਤਾਂ ਇਸ ਦਾ ਆਨਸਰ ਦੀ ਜਿਹੜੀ ਪਹਿਚਾਣ ਤੁਹਾਨੂੰ ਹੋ ਗਈ ਹੋਏਗੀ ਜੀ, ਕਿ ਉਸ ਦੇ ਉੱਦਮ ਦੀ ਪ੍ਰਸ਼ੰਸਾ ਕਰੋਗੇ ਅਤੇ ਉਸ ਦਾ ਜਵਾਬ ਦਿਓਗੇ। ਉਸ ਨੂੰ ਪ੍ਰਸ਼ੰਸਾ ਕੀਤੀ ਜਾਏਗੀ ਕਿ ਉਸਨੇ ਜੋ ਪ੍ਰਸ਼ਨ ਪੁੱਛਿਆ ਹੈ ਉਹ ਬਹੁਤ ਵਧੀਆ ਪੁੱਛਿਆ ਗਿਆ ਹੈ, ਕਿਉਂਕਿ ਉਹਦੇ ਮਨ ਦੇ ਵਿੱਚ ਕੋਈ ਨਾ ਕੋਈ ਜਿਹੜੀ ਹੈ ਪਹਿਚਾਣ ਕਰਨ ਦੀ ਜਿਹੜੀ ਹੈ ਜਾਂ ਪੁੱਛਣ ਦੀ ਜਿਹੜੀ ਹੈ ਜਿਗਿਆਸਾ ਹੈ, ਉਸ ਦੀ ਪ੍ਰਸ਼ੰਸਾ ਕੀਤੀ ਜਾਵੇਗੀ ਅਤੇ ਉਸ ਦਾ ਉਚਿਤ ਰੂਪ ਜਿਹੜਾ ਹੈ ਉਸ ਨੂੰ ਦਿੱਤਾ ਜਾਵੇਗਾ। ਪ੍ਰਸ਼ਨ ਨੰਬਰ 15 ਦੇਖੋ। ਬੱਚਿਆਂ ਦੀ ਪ੍ਰਤਿਭਾ ਨੂੰ ਉਭਾਰਨ ਲਈ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਕਿਸ ਤਰੀਕੇ ਦਾ ਕੰਮ ਕਰੇ। ਬੱਚਿਆਂ ਤੋਂ ਪ੍ਰੋਜੈਕਟ ਕੰਮ ਕਰਵਾਵੇ, ਫੀਲਡ ਦੇ ਕੰਮ ਕਰਵਾਵੇ, ਫੀਲਡ ਦੇ ਕੰਮ ਵਿੱਚ ਲਗਾਵੇ, ਅਧਿਕ ਲੈਬੋਰਟਰੀ ਜਾਂ ਪ੍ਰਯੋਗ ਦੇ ਕੰਮ ਦੇਵੇ ਜਾਂ ਸਾਰੇ ਕੰਮ ਕਰਵਾਏ ਜੀ। ਤਾਂ ਬਿਲਕੁਲ ਜੀ, ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕੰਮ ਹੈ ਉਹ ਬੱਚਿਆਂ ਨੂੰ ਉਹਨਾਂ ਦੀ ਪ੍ਰਤਿਭਾ ਨੂੰ ਉਭਾਰਨ ਦੇ ਵਿੱਚ ਜਿਹੜਾ ਹੈ ਸਹਿਯੋਗ ਦੇਣਗੇ। ਇਸ ਦਾ ਸਹੀ ਉੱਤਰ ਹੈ ਜੀ ਆਪਣੇ ਕੋਲੇ ਚੌਥਾ ਆਪਸ਼ਨ, ਸਾਰੇ ਕੰਮ ਕਰਵਾਏ ਜਾਣ ਜੀ। ਅੱਗੇ ਹੈ ਪ੍ਰਸ਼ਨ ਨੰਬਰ 16। ਬੱਚਿਆਂ ਨੂੰ ਪ੍ਰੀਖਿਆ ਲਈ ਤਿਆਰ ਕਰਨ ਦਾ ਸਰਵ ਉੱਚ ਤਰੀਕਾ ਕੀ ਹੈ? ਉਹਨਾਂ ਨੂੰ ਪ੍ਰਾਈਵੇਟ ਕੋਚਿੰਗ ਲਈ ਉਤਸ਼ਾਹਿਤ ਕਰੇ, ਵਿਸ਼ਾਲ ਗਿਆਨ ਦਾ ਆਧਾਰ ਮੁਹੱਈਆ ਕਰਵਾਵੇ, ਗਾਈਡਾਂ ਤੋਂ ਸਹਾਇਕ ਪੁਸਤਕਾਂ ਮੁਹੱਈਆ ਕਰਨਾ, ਨਕਲੀ ਪ੍ਰੀਖਿਆ ਸ਼ੁਰੂ ਕਰਨਾ। ਤਾਂ ਇਸ ਦਾ ਜਿਹੜਾ ਸਹੀ ਉੱਤਰ ਦੀ ਪਹਿਚਾਣ ਕਰ ਲਈ ਹੋਏਗੀ, ਉਹਨਾਂ ਨੂੰ ਵਿਸ਼ਾਲ ਗਿਆਨ ਦਾ ਆਧਾਰ ਮੁਹੱਈਆ ਕਰਾਇਆ ਜਾਵੇ ਕਿ ਉਹਨਾਂ ਦਾ ਜਿਹੜਾ ਗਿਆਨ ਹੈ ਉਹ ਇੰਨਾ ਕੁ ਵਿਆਪਕ ਬਣਾ ਦਿੱਤਾ ਜਾਵੇ, ਇੰਨਾ ਕੁ ਵਿਸ਼ਾਲ ਬਣਾ ਦਿੱਤਾ ਜਾਵੇ ਕਿ ਉਹ ਹਰ ਤਰ੍ਹਾਂ ਦੀ ਪ੍ਰੀਖਿਆ ਜਿਹੜਾ ਹੈ ਉਹ ਪਾਸ ਕਰ ਸਕਣ, ਚਾਹੇ ਉਹ ਮੌਖਿਕ ਰੂਪ ਦੇ ਵਿੱਚ ਹੋਵੇ, ਚਾਹੇ ਉਹ ਲਿਖਤ ਰੂਪ ਦੇ ਵਿੱਚ ਹੋਵੇ ਜਾਂ ਕਿਸੇ ਹੋਰ ਪ੍ਰਯੋਗਾਤਮਕ ਰੂਪ ਦੇ ਵਿੱਚ ਹੋਵੇ। ਉਹਨਾਂ ਨੂੰ ਹਰ ਪੱਖੋਂ ਤਿਆਰ ਕਰ ਦੇਣਾ ਚਾਹੀਦਾ ਹੈ ਜੀ, ਵਿਸ਼ਾਲ ਗਿਆਨ ਦਾ ਆਧਾਰ ਮੁਹੱਈਆ ਕਰਵਾ ਕੇ। ਅੱਗੇ ਵਧਦੇ ਜੀ, ਪ੍ਰਸ਼ਨ ਨੰਬਰ 17। ਇੱਕ ਵਧੀਆ ਅਧਿਆਪਕ ਆਪਣੀ ਸਿੱਖਿਆ ਨੂੰ ਅਨੁਕੂਲ ਬਣਾਉਂਦਾ ਹੈ ਕਿਸ ਤਰੀਕੇ ਨਾਲ? ਸਧਾਰਨ ਬੱਚਿਆਂ ਦੀ ਲੋੜਾਂ ਤੇ, ਬੱਚਿਆਂ ਦੀ ਮਾਨਸਿਕ ਲੋੜਾਂ ਦੇ ਆਧਾਰ ਤੇ, ਹੁਸ਼ਿਆਰ ਬੱਚਿਆਂ ਦੀ ਲੋੜਾਂ ਦੇ ਆਧਾਰ ਤੇ, ਬੱਚਿਆਂ ਦੀ ਪ੍ਰੀਖਿਆ ਸੰਬੰਧੀ ਲੋੜਾਂ ਦੇ ਆਧਾਰ ਤੇ। ਤਾਂ ਬਿਲਕੁਲ ਜੀ, ਇਸ ਦਾ ਸਹੀ ਉੱਤਰ ਦੀ ਪਹਿਚਾਣ ਤੁਸੀਂ ਕਰ ਲਈ ਹੋਏਗੀ। ਬੱਚਿਆਂ ਦੀ ਜੋ ਮਾਨਸਿਕ ਲੋੜਾਂ ਹਨ, ਠੀਕ ਹੈ, ਉਹਨਾਂ ਦੇ ਆਧਾਰ ਤੇ ਅਧਿਆਪਕ ਉਹਨਾਂ ਨੂੰ ਪੜ੍ਹਾਵੇ ਅਤੇ ਉਹਨਾਂ ਨੂੰ ਜ਼ਿੰਦਗੀ ਦੇ ਅਨੁਕੂਲ ਬਣਾਵੇ। ਅੱਗੇ ਵਧਦੇ ਹਾਂ ਜੀ, ਪ੍ਰਸ਼ਨ ਨੰਬਰ 18। ਵਿਆਕਰਣ ਦੀ ਜਾਣਕਾਰੀ ਨਾਲ ਸ਼ਬਦਾਂ ਦੇ ਸ਼ੁੱਧ ਵਰਤੋਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰ ਇਸ ਨਾਲ ਕੀ ਨਹੀਂ ਹੁੰਦਾ? ਠੀਕ ਹੈ, ਵਿਆਕਰਣ ਦੀ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਉਹਨਾਂ ਦੇ ਨਾਲ ਸ਼ਬਦਾਂ ਦੇ ਸ਼ੁੱਧ ਰੂਪ ਦੀ ਵਰਤੋਂ ਤਾਂ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ, ਪਰ ਇਸ ਨਾਲ ਕੀ ਨਹੀਂ ਹੁੰਦਾ? ਦੇਖਦੇ ਹਾਂ। ਭਾਸ਼ਾ ਸੰਬੰਧੀ ਭਾਸ਼ਾ ਸ਼ੁੱਧ ਨਹੀਂ ਬੋਲੀ ਜਾ ਸਕਦੀ, ਸ਼ਬਦਾਵਲੀ ਵਿੱਚ ਵਾਧਾ ਨਹੀਂ ਹੁੰਦਾ, ਭਾਸ਼ਾ ਮਾਂਝੀ ਜਾਂ ਸਵਾਰੀ ਨਹੀਂ ਜਾਂਦੀ ਜਾਂ ਸਾਰੇ। ਦੇਖੋ, ਜਦੋਂ ਬੱਚੇ ਨੂੰ ਵਿਆਕਰਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਭਾਸ਼ਾ ਸ਼ੁੱਧ ਨਹੀਂ ਬੋਲੀ ਜਾ ਸਕਦੀ। ਨਹੀਂ ਜੀ, ਇਹ ਤਾਂ ਗਲਤ ਹੈ ਕਿ ਬੱਚੇ ਦੀ ਭਾਸ਼ਾ ਤਾਂ ਸ਼ੁੱਧ ਹੋ ਜਾਂਦੀ ਹੈ, ਠੀਕ ਹੈ, ਭਾਸ਼ਾ ਮਾਂਝੀ ਜਾਂ ਸਵਾਰੀ ਨਹੀਂ ਜਾਂਦੀ। ਬੱਚੇ ਦੀ ਭਾਸ਼ਾ ਜਾਂ ਉਹ ਜਿਹੜੀ ਮਾਂਝੀ ਜਾਂ ਕਹਿੰਦੇ ਸੁਧਾਰ ਕੀਤਾ ਜਾਂਦਾ ਹੈ, ਸੁਧਾਰ ਤਾਂ ਆ ਹੀ ਜਾਂਦਾ ਹੈ, ਠੀਕ ਹੈ। ਜਦੋਂ ਬੱਚਾ ਵਿਆਕਰਣ ਰੂਪ ਦੇ ਵਿੱਚ, ਸ਼ੁੱਧ ਰੂਪ ਦੇ ਵਿੱਚ ਬੋਲਣ ਲੱਗ ਜਾਂਦਾ ਹੈ, ਲਿਖਣ ਲੱਗ ਜਾਂਦਾ ਹੈ, ਤਾਂ ਉਸ ਦੀ ਜਿਹੜੀ ਹੈ, ਮੰਨ ਲਓ ਵੀ ਭਾਸ਼ਾ ਜਿਹੜੀ ਹੈ ਸਵਾਰੀ ਜਾ ਰਹੀ ਹੈ, ਸੁਧਾਰੀ ਜਾ ਰਹੀ ਹੈ, ਇਹ ਤਾਂ ਸਹੀ ਹੈ। ਪਰ ਇਸ ਦਾ ਜਿਹੜਾ ਆਨਸਰ ਸਹੀ ਹੈ ਆਪਣੇ ਕੋਲੇ ਦੂਸਰਾ ਆਪਸ਼ਨ, ਸ਼ਬਦਾਵਲੀ ਵਿੱਚ ਵਾਧਾ ਨਹੀਂ ਹੁੰਦਾ। ਚਾਹੇ ਉਹ ਬੱਚਾ ਬੋਲਣ ਦੇ ਵਿੱਚ, ਚਾਹੇ ਲਿਖਣ ਦੇ ਵਿੱਚ ਉਸ ਨੂੰ ਸ਼ੁੱਧਤਾ ਤਾਂ ਆ ਜਾਂਦੀ ਹੈ, ਪਰ ਸ਼ਬਦਾਵਲੀ ਵਿੱਚ ਵਾਧਾ ਨਹੀਂ ਹੁੰਦਾ। ਵਿਆਕਰਣ ਦਾ ਸਿਰਫ ਕੰਮ ਇਹੀ ਹੈ ਬੱਚੇ ਨੂੰ ਸ਼ੁੱਧ ਭਾਸ਼ਾ ਸਿਖਾਉਣਾ, ਪਰ ਉਹ ਸ਼ਬਦਾਵਲੀ ਵਿੱਚ ਵਾਧਾ ਨਹੀਂ ਹੁੰਦਾ। ਸ਼ਬਦਾਵਲੀ ਵਿੱਚ ਵਾਧਾ ਕਦੋਂ ਹੋਏਗਾ? ਜਦੋਂ ਬੱਚਾ ਵੱਧ ਤੋਂ ਵੱਧ ਪੜ੍ਹੇਗਾ, ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰੇਗਾ, ਠੀਕ ਹੈ, ਜਾਂ ਵੱਧ ਤੋਂ ਵੱਧ ਸ਼ਬਦਾਂ ਦੀ ਪਹਿਚਾਣ ਕਰੇਗਾ, ਬੋਲੇਗਾ, ਲਿਖੇਗਾ, ਠੀਕ ਜੀ। ਤੇ ਸ਼ਬਦਾਵਲੀ ਦਾ ਵਾਧਾ ਹੋਰ ਤਰੀਕੇ ਨਾਲ ਹੁੰਦਾ ਹੈ। ਵਿਆਕਰਣ ਦਾ ਕੰਮ ਸਿਰਫ ਸ਼ੁੱਧ ਤੇ ਸਪਸ਼ਟ ਜਾਣਕਾਰੀ ਦੇਣਾ ਹੈ ਭਾਸ਼ਾ ਸੰਬੰਧੀ। ਅੱਗੇ ਹੈ ਪ੍ਰਸ਼ਨ ਨੰਬਰ 19ਵਾਂ। ਦੇਖੋ, ਭਾਸ਼ਾ ਸਿੱਖਣ ਵਿੱਚ ਵਾਪਰਨ ਵਾਲੀਆਂ ਗਲਤੀਆਂ ਦਾ ਕੀ ਰੋਲ ਹੈ?
ਬੱਚਿਆਂ ਦੇ ਸਿੱਖਣ ਸੰਬੰਧੀ ਭਾਸ਼ਾ ਸਿੱਖਦੇ ਆ ਤਾਂ ਤਰ੍ਹਾਂ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਹਨ, ਤਾਂ ਉਹਨਾਂ ਦਾ ਕੀ ਰੋਲ ਹੈ ਜੀ। ਭਾਸ਼ਾ ਸਿੱਖਣ ਦਾ ਕੁਦਰਤੀ ਪੜਾਅ ਹੈ, ਬੱਚਿਆਂ ਦੀ ਅਸਫਲਤਾ ਨੂੰ ਦਰਸਾਉਂਦੀਆਂ ਹਨ, ਪਾਠ ਪੁਸਤਕਾਂ ਦੀ ਅਸਫਲਤਾ ਨੂੰ ਪੇਸ਼ ਕਰਦੀਆਂ ਹਨ, ਅਧਿਆਪਕ ਦੀ ਅਸਫਲਤਾ ਨੂੰ ਪੇਸ਼ ਕਰਦੀਆਂ ਹਨ। ਠੀਕ ਹੈ, ਤਾਂ ਤਰ੍ਹਾਂ ਤਰ੍ਹਾਂ ਦੀ ਜਿਹੜੀਆਂ ਗਲਤੀਆਂ ਹੁੰਦੀਆਂ ਹਨ ਉਹ ਕੀ ਹੁੰਦੀਆਂ ਜੀ। ਠੀਕ ਹੈ, ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਜੀ, ਆ ਚੁੱਕਿਆ ਪੇਪਰ ਦੇ ਵਿੱਚ। ਲਗਭਗ ਸਾਰੇ ਹੀ ਜਿਹੜੇ ਕੁਐਸਚਨ ਹੈ ਉਹ ਪ੍ਰੀਵੀਅਸ ਪੇਪਰਸ ਦੇ ਵਿੱਚ ਆਏ ਹੋਏ ਆ ਜੀ, ਔਰ ਬਹੁਤ ਸਾਰੇ ਕੁਐਸਚਨ ਅਜਿਹੇ ਵੀ ਹੈ ਜਿਨ੍ਹਾਂ ਦੀ ਆਉਣ ਦੀ ਪੂਰੀ ਸੰਭਾਵਨਾ ਹੈ। ਇਸ ਟੌਪਿਕ ਇਹਨਾਂ ਪ੍ਰਸ਼ਨਾਂ ਤੋਂ ਬਾਹਰ ਨਹੀਂ ਹੈ ਜੀ। ਹਾਂਜੀ, ਇਸ ਦਾ ਆਨਸਰ ਹੈ ਜੀ ਆਪਣੇ ਕੋਲ ਪਹਿਲਾ ਆਨਸਰ ਜੀ, ਭਾਸ਼ਾ ਸਿੱਖਣ ਦਾ ਕੁਦਰਤੀ ਪੜਾਅ ਹੈ। ਜਦੋਂ ਬੱਚਾ ਭਾਸ਼ਾ ਸਿੱਖ ਰਿਹਾ ਹੈ ਤਾਂ ਉਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗਲਤੀਆਂ ਕਰ ਰਿਹਾ ਹੈ, ਤਾਂ ਉਸ ਦਾ ਕੀ ਰੋਲ ਹੈ ਜੀ ਕਿ ਬੱਚੇ ਗਲਤੀ ਕਰਨਗੇ, ਕੁਦਰਤੀ ਗਲਤੀ ਹੈ ਜੀ ਉਹਨਾਂ ਦੀ। ਕੁਦਰਤੀ ਇਹ ਸਮੱਸਿਆ ਹੈ ਕਿ ਸਿੱਖਣ ਦਾ ਵੀ ਪੜਾਅ ਹੈ, ਬੱਚੇ ਗਲਤੀਆਂ ਤੋਂ ਵੀ ਸਿੱਖਦੇ ਆ। ਮੰਨ ਲਓ ਬੱਚੇ ਨੇ ਕਿਸੇ ਲਿਖਣ ਦੇ ਵਿੱਚ ਗਲਤੀ ਕਰ ਦਿੱਤੀ ਤਾਂ ਅਧਿਆਪਕ ਨੇ ਉਸ ਨੂੰ ਦੱਸਿਆ ਕਿ ਇਹ ਗਲਤ ਲਿਖਿਆ ਗਿਆ, ਉਸ ਨੂੰ ਠੀਕ ਤਰੀਕੇ ਨਾਲ ਇਸ ਤਰੀਕੇ ਨਾਲ ਲਿਖਿਆ ਜਾਵੇਗਾ, ਤਾਂ ਬੱਚੇ ਨੂੰ ਪਤਾ ਲੱਗ ਜਾਂਦਾ ਵੀ ਮੈਂ ਕੀ ਗਲਤੀ ਕੀਤੀ ਹੈ ਤੇ ਉਹ ਕਿਸ ਤਰੀਕੇ ਦਾ ਜਿਹੜਾ ਹੈ ਉਸ ਨੂੰ ਸੁਧਾਰ ਕੀਤਾ ਜਾ ਰਿਹਾ ਹੈ। ਗਲਤੀਆਂ ਕੁਦਰਤੀ ਪੜਾਅ ਹਨ ਸਿੱਖਣ ਦੇ ਵਿੱਚ। ਅੱਗੇ ਵਧਦੇ ਹਾਂ, ਪ੍ਰਸ਼ਨ ਨੰਬਰ 20ਵਾਂ, ਜਮਾਤ ਦੀ ਬਹੁ ਭਾਸ਼ਾਈ ਸਥਿਤੀ, ਮਤਲਬ ਇੱਕ ਜਮਾਤ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਦੇ ਬੱਚੇ ਬੈਠੇ ਹਨ, ਤਾਂ ਇਸ ਦਾ ਕੀ ਰੋਲ ਹੁੰਦਾ ਹੈ। ਸਿੱਖਿਆ ਪ੍ਰਕਿਰਿਆ ਵਿੱਚ ਰੁਕਾਵਟ ਪੈਦਾ ਕਰਦੀ ਹੈ? ਨਹੀਂ ਕਰਦੀ ਜੀ, ਆਪਾਂ ਨੂੰ ਪਤਾ ਹੀ ਹੈ। ਇੱਕ ਸਾਧਨ ਦੇ ਰੂਪ ਵਿੱਚ ਵਰਤੀ ਜਾਂਦੀ ਹੈ? ਦੇਖਦੇ ਹਾਂ ਅੱਗੇ। ਜਮਾਤ ਦਾ ਅਨੁਸ਼ਾਸਨ ਭੰਗ ਕਰ ਸਕਦੀ ਹੈ? ਬੱਚਿਆਂ ਵਿੱਚ ਵਿੱਥ ਮਤਲਬ ਗੈਪ ਪੈਦਾ ਕਰਦੀ ਹੈ ਕਿ ਕੋਈ ਮੰਨ ਲਓ ਬੱਚਾ ਹਿੰਦੀ ਬੋਲਦਾ ਹੈ, ਕੋਈ ਰਾਜਸਥਾਨੀ ਬੋਲਦਾ ਹੈ, ਜਾਂ ਕੋਈ ਹਰਿਆਣਵੀ ਬੋਲਦਾ ਹੈ, ਕੋਈ ਪੰਜਾਬੀ ਬੋਲਦਾ ਹੈ, ਜਾਂ ਕੁਝ ਹੋਰ ਕੋਈ ਅੰਗਰੇਜ਼ੀ ਭਾਸ਼ਾ ਦੇ ਬੈਠੇ, ਮਤਲਬ ਅਲੱਗ ਰਾਜਾਂ ਦੇ ਬੱਚੇ ਬੈਠੇ ਹੈ ਇੱਕ ਜ਼ੁਬਾਨ ਦੇ ਵਿੱਚ, ਤਾਂ ਅਜਿਹੀ ਸਥਿਤੀ ਵਿੱਚ ਕੀ ਆਪ ਨੂੰ ਨਤੀਜਾ ਨਿਕਲੇਗਾ। ਤਾਂ ਇਸ ਦਾ ਸਹੀ ਆਨਸਰ ਹੈ ਜੀ ਆਪਣੇ ਕੋਲੇ ਇੱਕ ਸਾਧਨ ਦੇ ਰੂਪ ਵਿੱਚ ਵਰਤੀ ਜਾ ਸਕਦੀ ਹੈ। ਇੱਕ ਜਿਹੜੀ ਬਹੁ ਭਾਸ਼ਾਈ ਹੈ ਉਸ ਨੂੰ ਇੱਕ ਸਾਧਨ ਦੇ ਰੂਪ ਦੇ ਵਿੱਚ, ਠੀਕ ਹੈ, ਇੱਕ ਸਾਧਨ ਮਤਲਬ ਇੱਕ ਉਦੇਸ਼ ਤੱਕ ਪਹੁੰਚਣ ਲਈ ਇਹਨਾਂ ਨੂੰ ਪ੍ਰਯੋਗ ਕੀਤਾ ਜਾ ਸਕਦਾ ਹੈ ਜੀ। ਉਸ ਦੇ ਵਿੱਚ ਕੋਈ ਸਿੱਖਿਆ ਦੀ ਰੁਕਾਵਟ ਨਹੀਂ ਪੈਦਾ ਹੋਏਗੀ, ਕੋਈ ਅਨੁਸ਼ਾਸਨ ਭੰਗ ਨਹੀਂ ਹੋਏਗਾ, ਕੋਈ ਵਿੱਥ ਨਹੀਂ ਪੈਦਾ ਹੋਏਗੀ, ਤਾਂ ਉਹਨਾਂ ਨੂੰ ਇੱਕ ਸਾਧਨ ਦੇ ਰੂਪ ਦੇ ਵਿੱਚ ਵਰਤਿਆ ਜਾ ਸਕਦਾ ਹੈ। ਅੱਗੇ ਵਧਦੇ ਹਾਂ, ਪ੍ਰਸ਼ਨ ਨੰਬਰ 21। ਉਮੀਦ ਹੈ ਕਿ ਮੇਰੇ ਦੁਆਰਾ ਜੋ ਮਿਹਨਤ ਕੀਤੀ ਗਈ ਹੈ ਲਿਖਣ ਦੇ ਵਿੱਚ ਜਾਂ ਪ੍ਰਸ਼ਨ ਕਲੈਕਟ ਕਰਨ ਦੇ ਵਿੱਚ ਉਹ ਤੁਹਾਨੂੰ ਪਸੰਦ ਆਈ ਹੋਏਗੀ। ਇੱਕ ਬੱਚਾ ਕਈ ਵਾਰ ਇੱਕ ਹੀ ਸ਼ਬਦ ਨੂੰ ਠੀਕ ਲਿਖਦਾ ਹੈ ਅਤੇ ਕਈ ਵਾਰ ਗਲਤ, ਇਸ ਦਾ ਕੀ ਕਾਰਨ ਹੋ ਸਕਦਾ ਹੈ। ਠੀਕ ਹੈ ਜੀ, ਪ੍ਰਸ਼ਨ ਦੀ ਜਿਹੜੀ ਹੈ ਪਤਾ ਲੱਗ ਗਿਆ ਹੋਵੇਗਾ ਕੀ ਕਹਿਣਾ ਚਾਹੁੰਦਾ ਹੈ ਕਿ ਇੱਕ ਸ਼ਬਦ ਆ ਕਈ ਵਾਰ ਤਾਂ ਠੀਕ ਲਿਖ ਦਿੰਦਾ ਹੈ ਤੇ ਕਈ ਵਾਰੀ ਗਲਤ ਲਿਖਦਾ ਹੈ, ਇਸ ਦਾ ਕੀ ਕਾਰਨ ਹੋ ਸਕਦਾ ਹੈ। ਦਰੁਸਤ ਸ਼ਬਦ ਦਾ ਗਿਆਨ ਨਹੀਂ, ਉਸ ਨੂੰ ਵੀ ਸਹੀ ਲਿਖਣ ਦਾ ਜਿਹੜਾ ਢੰਗ ਹੈ ਉਹ ਨਹੀਂ ਪਤਾ। ਲਾਪਰਵਾਹੀ ਵਰਤਣਾ, ਭਾਸ਼ਾ ਸਿੱਖਿਆ ਦੀ ਗਲਤ ਵਿਧੀ ਕੋਈ ਨਹੀਂ। ਠੀਕ ਹੈ, ਕਈ ਵਾਰ ਠੀਕ ਲਿਖ ਦਿੰਦਾ ਹੈ ਤੇ ਕਈ ਵਾਰੀ ਗਲਤ। ਜਦੋਂ ਠੀਕ ਲਿਖ ਦਿੰਦਾ ਹੈ ਇਸ ਦਾ ਮਤਲਬ ਇਹੀ ਹੈ ਕਿ ਉਸ ਨੂੰ ਲਿਖਣ ਦਾ ਪਤਾ ਤਾਂ ਹੈ, ਦਰੁਸਤ ਸ਼ਬਦ ਦਾ ਗਿਆਨ ਤਾਂ ਹੈ, ਠੀਕ ਹੈ, ਪਰ ਗਲਤ ਕਰਦਾ ਹੈ। ਇਟ ਮੀਨਸ ਕਿ ਉਹ ਲਾਪਰਵਾਹੀ ਵਰਤਦਾ ਹੈ, ਕਈ ਵਾਰ ਸਹੀ ਲਿਖ ਦਿੰਦਾ ਹੈ ਤੇ ਕਈ ਗਲਤ। ਇਟ ਮੀਨਸ ਉਹਨੂੰ ਗਿਆਨ ਤਾਂ ਹੈ ਲਿਖਣ ਦਾ, ਪਰ ਉਹ ਜਦੋਂ ਗਲਤੀ ਕਰਦਾ ਹੈ ਤਾਂ ਉਹ ਲਾਪਰਵਾਹੀ ਵਰਤਦਾ ਹੈ, ਜਾਂ ਤੇਜ਼ੀ ਨਾਲ ਲਿਖ ਦਿੰਦਾ ਹੈ, ਜਾਂ ਬਿਨਾਂ ਕਿਸੇ ਧਿਆਨ ਤੋਂ ਉਹ ਪ੍ਰਯੋਗ ਜਿਹੜਾ ਹੈ ਕਰਦਾ ਹੈ ਜੀ। ਹਾਂਜੀ, ਪ੍ਰਸ਼ਨ ਨੰਬਰ 22 ਦੇਖੋ। ਉਪਚਾਰਿਕ ਸਿੱਖਣ ਦੀ ਵਿਧੀ, ਪੁਰਾਣੀ ਵਿਧੀ ਕਿਹੜੀ ਹੈ ਜੀ। ਉਪਚਾਰਿਕ ਜਿਹੜੀ ਸਿੱਖਿਆ ਹੈ ਉਸ ਦੀ ਪੁਰਾਣੀ ਵਿਧੀ ਕਿਹੜੀ ਹੈ। ਤਖਸ਼ੀਸੀ, ਪ੍ਰਸ਼ਨ ਉੱਤਰ, ਮੌਖਿਕ ਜਾਂ ਕੋਈ ਨਹੀਂ। ਤਾਂ ਉਪਚਾਰਿਕ ਸਿੱਖਿਆ ਦੀ ਪੁਰਾਣੀ ਵਿਧੀ ਹੈ ਜੀ ਤਖਸ਼ੀਸੀ ਸਿੱਖਿਆ, ਜਦੋਂ ਬੱਚਿਆਂ ਦੀ ਸਮੱਸਿਆਵਾਂ ਦੇ ਉੱਪਰ ਪਹਿਚਾਣ ਕੀਤੀ ਜਾਂਦੀ ਹੈ। ਉਪਚਾਰਿਕ ਸਿੱਖਿਆ ਦੇ ਵਿੱਚ ਪਤਾ ਹੀ ਆਪਾਂ ਨੂੰ ਕਿ ਉਹਨਾਂ ਦਾ ਹੱਲ ਕੀਤਾ ਜਾਂਦਾ ਸਮੱਸਿਆਵਾਂ ਦਾ। ਉਪਚਾਰਾਤਮਕ ਸਿੱਖਿਆ ਬੱਚੇ ਦੇ ਕਿਹੜੇ ਦੋਸ਼ਾਂ ਦਾ ਹੱਲ ਕਰਦੀ ਹੈ। ਹਾਂਜੀ, ਉਪਚਾਰਾਤਮਕ ਸਿੱਖਿਆ ਦੇ ਵਿੱਚ ਬੱਚੇ ਨੇ ਕਿਹੜੇ ਦੋਸ਼ਾਂ ਦਾ ਹੱਲ ਕਰਦੀ ਹੈ। ਸਰੀਰਕ, ਮਾਨਸਿਕ, ਭਾਵਾਤਮਕ, ਸਾਰੇ ਜੀ। ਇਸ ਦਾ ਆਨਸਰ ਹੈ ਆਪਣੇ ਕੋਲੇ 4th ਆਪਸ਼ਨ ਸਾਰੇ। ਪ੍ਰਸ਼ਨ ਨੰਬਰ 24, ਲਿੰਗੂਆ ਫੋਨ ਕੀ ਹੈ ਜੀ। ਬੱਚਿਆਂ ਦੀ ਭਾਸ਼ਾ ਸੰਬੰਧੀ ਦੋਸ਼ਾਂ ਨੂੰ ਦੂਰ ਕਰਨ ਲਈ ਲਿੰਗੂਆ ਫੋਨ ਦਾ ਵੀ ਬਹੁਤ ਹੀ ਖਾਸ ਰੋਲ ਹੈ ਜੀ। ਠੀਕ ਹੈ, ਮੰਨ ਲਓ ਬੱਚੇ ਨੂੰ ਭਾਸ਼ਾ ਜਿਹੜੀ ਹੈ ਸ਼ੁੱਧ ਰੂਪ ਦੇ ਵਿੱਚ ਲਿਖਣੀ ਨਹੀਂ ਆਉਂਦੀ, ਬੋਲਣੀ ਨਹੀਂ ਆਉਂਦੀ, ਤਾਂ ਇੱਕ ਲਿੰਗੂਆ ਫੋਨ ਹੁੰਦਾ ਹੈ, ਇੱਕ ਲੈਬ ਦੇ ਵਿੱਚ ਇੱਕ ਤਰ੍ਹਾਂ ਦਾ ਇੱਕ ਸਹਾਇਕ ਸਮੱਗਰੀ ਹੈ, ਉਹਨਾਂ ਦੇ ਦੁਆਰਾ ਬੱਚਿਆਂ ਨੂੰ ਭਾਸ਼ਾ ਦਾ ਸ਼ੁੱਧ ਰੂਪ ਸੁਣਾਇਆ ਜਾਂਦਾ ਹੈ। ਫਿਰ ਬੱਚੇ ਭਾਸ਼ਾ ਨੂੰ ਸ਼ੁੱਧ ਰੂਪ ਦੇ ਵਿੱਚ ਸੁਣਦੇ ਹੈ ਅਤੇ ਫਿਰ ਉਸੇ ਤਰੀਕੇ ਨਾਲ ਉਹਨਾਂ ਦਾ ਲਿਖਣ ਦੇ ਵਿੱਚ ਜਾਂ ਬੋਲਣ ਦੇ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ ਜੀ। ਬਹੁਤ ਹੀ ਇੰਪੋਰਟੈਂਟ ਹੈ ਜੀ ਇਹ ਜਿਹੜੀ ਸਹਾਇਕ ਸਮੱਗਰੀ ਹੈ। ਇਹ ਕੁਐਸਚਨ ਵੀ ਆਇਆ ਹੋਇਆ ਔਰ ਆਉਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ। ਬੱਚਿਆਂ ਨੂੰ ਸ਼ੁੱਧ ਲਿਖਤ ਸਿਖਾਉਣ ਵਾਲਾ ਜੀ, ਬੱਚਿਆਂ ਨੂੰ ਸ਼ੁੱਧ ਭਾਸ਼ਾ ਸਿਖਾਉਣ ਵਾਲਾ, ਬੱਚਿਆਂ ਨੂੰ ਵਿਆਕਰਣ ਦੀ ਜਾਣਕਾਰੀ ਦੇਣ ਦਾ ਯੰਤਰ, ਬੱਚਿਆਂ ਨੂੰ ਸ਼ਬਦ ਜੋੜ ਸਿਖਾਉਣ ਵਾਲਾ ਯੰਤਰ।
ਤਾਂ ਇਸ ਦਾ ਸਹੀ ਆਨਸਰ ਤੁਸੀਂ ਪਹਿਚਾਣ ਲਿਆ ਹੋਵੇਗਾ ਜੀ, ਬੱਚਿਆਂ ਨੂੰ ਸ਼ੁੱਧ ਭਾਸ਼ਾ ਸਿਖਾਉਣ ਵਾਲਾ ਜੀ, ਕਿ ਬੱਚੇ ਸ਼ੁੱਧ ਭਾਸ਼ਾ ਕੀ ਹੈ, ਕਿਸ ਤਰੀਕੇ ਨਾਲ ਉਸ ਨੂੰ ਸੁਣਨਾ ਹੈ ਜਾਂ ਉਸ ਨੂੰ ਪ੍ਰਯੋਗ ਕਰਨਾ ਹੈ। ਬੱਚਿਆਂ ਨੂੰ ਇਸ ਫੋਨ ਦੇ ਦੁਆਰਾ, ਲਿੰਗਵਾ ਫੋਨ ਦੇ ਦੁਆਰਾ ਸ਼ੁੱਧ ਰੂਪ ਦੇ ਵਿੱਚ ਭਾਸ਼ਾ ਨੂੰ ਸੁਣਾਇਆ ਜਾਂਦਾ ਹੈ, ਸਿਖਾਇਆ ਜਾਂਦਾ ਹੈ। ਠੀਕ, ਫਿਰ ਉਸੇ ਤਰੀਕੇ ਨਾਲ ਜਿਵੇਂ ਸੁਣਨਗੇ ਸ਼ੁੱਧ ਰੂਪ ਦੇ ਵਿੱਚ, ਉਹੀ ਤਰੀਕੇ ਨਾਲ ਫਿਰ ਬੱਚੇ ਸ਼ੁੱਧ ਰੂਪ ਦੇ ਵਿੱਚ ਬੋਲਣਾ ਵੀ ਸਿੱਖਣਗੇ ਜਾਂ ਉਸ ਦਾ ਲਿਖਤੀ ਰੂਪ ਦੇ ਵਿੱਚ ਪ੍ਰਯੋਗ ਕਰਨਾ ਸਿੱਖਣਗੇ। ਅੱਗੇ ਹੈ ਜੀ ਪ੍ਰਸ਼ਨ ਨੰਬਰ 25ਵਾਂ, ਪੰਜਾਬੀ ਭਾਸ਼ਾ ਦੇ ਦੋਸ਼ਾਂ ਅਤੇ ਤਰੁੱਟੀਆਂ ਨੂੰ ਕਿਵੇਂ ਲੱਭਿਆ ਜਾ ਸਕਦਾ ਹੈ? ਲਿਖਤੀ ਪ੍ਰੀਖਿਆ ਰਾਹੀਂ, ਤਖਸ਼ੀਸ਼ੀ ਪ੍ਰੀਖਿਆ ਰਾਹੀਂ, ਮੌਖਿਕ ਪ੍ਰੀਖਿਆ ਰਾਹੀਂ ਜਾਂ ਉਚਾਰਨ ਪ੍ਰਕਿਰਿਆ ਰਾਹੀਂ। ਤਾਂ ਪੰਜਾਬੀ ਭਾਸ਼ਾ ਦੇ ਦੋਸ਼ਾਂ ਜਾਂ ਤਰੁੱਟੀਆਂ ਨੂੰ ਕਿਵੇਂ ਲੱਭਿਆ ਜਾਂਦਾ ਹੈ ਜੀ? ਇਸ ਦਾ ਆਪਣੇ ਕੋਲੇ ਸਹੀ ਜਿਹੜਾ ਹੈ ਆਨਸਰ, ਹਾਂਜੀ ਗਲਤ ਨਹੀਂ ਕਰਨਾ, ਬਿਲਕੁਲ ਸਹੀ। ਦੋ ਆਪਸ਼ਨਾਂ ਪਈਆਂ ਆਪਣੇ ਕੋਲ, ਤਖਸ਼ੀਸ਼ੀ ਸਿੱਖਿਆ ਅਤੇ ਉਪਚਾਰਿਕ ਸਿੱਖਿਆ ਜੀ। ਸੌਰੀ, ਇੱਥੇ ਉਚਾਰਨ ਸਿੱਖਿਆ, ਉਪਚਾਰਿਕ ਨਹੀਂ, ਉਚਾਰਨ ਸਿੱਖਿਆ। ਠੀਕ ਹੈ, ਇਸ ਦਾ ਸਹੀ ਆਨਸਰ ਹੈ ਆਪਣੇ ਕੋਲੇ ਤਖਸ਼ੀਸ਼ੀ ਪ੍ਰਕਿਰਿਆ ਰਾਹੀਂ ਜਾਂ ਤਖਸ਼ੀਸ਼ੀ ਸਿੱਖਿਆ ਰਾਹੀਂ। ਇੱਥੇ ਗੱਲ ਕੀਤੀ ਗਈ ਸੀ ਲੱਭਿਆ ਜਾ ਸਕਦਾ ਹੈ। ਠੀਕ ਹੈ, ਜੇ ਹੁੰਦਾ ਪੰਜਾਬੀ ਭਾਸ਼ਾ ਦੇ ਦੋਸ਼ਾਂ ਤੇ ਤਰੁੱਟੀਆਂ ਨੂੰ ਕਿਵੇਂ ਸੁਧਾਰਿਆ ਜਾਂਦਾ ਹੈ, ਉਹਦਾ ਹੱਲ ਕੀਤਾ ਜਾਂਦਾ, ਫਿਰ ਕੀ ਆਊਗਾ ਆਪਣੇ ਕੋਲੇ ਉੱਤਰ ਕੀ ਆਊਗਾ? ਉਪਚਾਰਿਕ ਸਿੱਖਿਆ। ਇੱਥੇ ਲੱਭਣ ਦੀ ਗੱਲ ਕੀਤੀ ਜਾ ਰਹੀ ਹੈ। ਦੋਵੇਂ ਗੱਲਾਂ ਦਾ ਧਿਆਨ ਰੱਖੋਗੇ ਹਮੇਸ਼ਾ ਹੀ, ਜਦੋਂ ਪ੍ਰਸ਼ਨ ਆ ਜਾਏ ਲੱਭਣ ਦੀ ਗੱਲ ਕੀਤੀ ਜਾਵੇ, ਠੀਕ ਹੈ, ਤਾਂ ਉਦੋਂ ਹੁੰਦੀ ਹੈ ਤਖਸ਼ੀਸ਼ੀ ਸਿੱਖਿਆ। ਜਦੋਂ ਹੋ ਜਾਂਦੀ ਹੈ ਹੱਲ ਕਰਨ ਦੀ ਗੱਲ, ਠੀਕ ਹੈ, ਆਪਾਂ ਬਾਰ-ਬਾਰ ਗੱਲ ਕਰ ਚੁੱਕੇ ਹਾਂ, ਹੱਲ ਕਰਨ ਦਾ ਮਤਲਬ ਕੀ ਹੈ? ਉਪਚਾਰਿਕ ਸਿੱਖਿਆ। ਦੋਵਾਂ ਗੱਲਾਂ ਦੇ ਵਿੱਚ ਧਿਆਨ ਰੱਖਿਓ। ਉਮੀਦ ਹੈ ਕਿ ਜੋ ਆਪਾਂ ਅੱਜ ਟੌਪਿਕ ਕੀਤਾ ਹੈ ਉਸ ਦੀ ਥਿਊਰੀ ਬਿਲਕੁਲ ਵਧੀਆ ਤਰੀਕੇ ਨਾਲ ਪਹਿਚਾਣ ਆ ਗਈ ਹੋਏਗੀ ਅਤੇ ਉਸ ਦੇ MCQs ਵੱਧ ਤੋਂ ਵੱਧ ਆਪਾਂ ਡਿਸਕਸ ਕੀਤੀ ਹੈ। ਇਹਨਾਂ ਤੋਂ ਬਿਨਾਂ ਬਾਹਰ ਜਿਹੜੀ ਹੈ ਕੋਈ ਵੀ ਪ੍ਰਸ਼ਨ ਨਹੀਂ ਹੁੰਦਾ ਜੀ। ਇਸ ਵੀਡੀਓ ਨੂੰ ਵਾਰ-ਵਾਰ ਦੇਖੋ ਅਤੇ ਆਪਣੀ ਤਿਆਰੀ ਦੇ ਵਿੱਚ ਇਜ਼ਾਫਾ ਕਰੋ ਜੀ। ਠੀਕ ਹੈ ਜੀ, ਅੱਗੇ ਮਿਲਦੇ ਹਾਂ ਫਿਰ ਆਪਾਂ ਇੱਕ ਨਵੇਂ ਟੌਪਿਕ ਦੇ ਨਾਲ ਜੀ। ਅੱਜ ਦੀ ਜਿਹੜੀ ਹੈ ਵੀਡੀਓ ਵਧੀਆ ਲੱਗੀ ਹੋਵੇ, ਪ੍ਰਸ਼ਨ ਵਧੀਆ ਲੱਗੇ ਹੋਣ ਤਾਂ ਲਾਈਕ ਕਰਨਾ ਨਾ ਭੁੱਲਣਾ ਜੀ। ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦੇਣਾ ਅਤੇ ਜੋ ਸਾਡੇ ਚੈਨਲ ਦੇ ਉੱਪਰ ਨਵੇਂ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। ਠੀਕ ਹੈ ਜੀ, ਥੈਂਕ ਯੂ।